ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜਸ ਟੀਵੀ ਨਾਲ ਜੁੜ ਚੁੱਕੇ ਹੋ। ਅਸੀਂ ਇਤਿਹਾਸਕ ਜਨਮ ਭੂਮੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੇ ਪਿੰਡ ਚੀਮਾ ਸਾਹਿਬ ਦੇ ਵਿੱਚ ਹਾਂ। ਇੱਕ ਵਿਲੱਖਣ ਜੀ ਥਾਂ, ਵਿਲੱਖਣ ਜੇ ਗੁਰੂ ਘਰ ਦੇ ਵਿੱਚ ਆਏ ਹੋਏ ਹਾਂ, ਜਿਸ ਦੀ ਤਾਮੀਰ ਹੋ ਰਹੀ ਹੈ, ਉਹ ਸਾਰੀ ਚੱਲ ਰਹੀ ਹੈ। ਕਾਕਾ ਵੀਰ ਜੀ ਸਾਡੇ ਨਾਲ ਨੇ, ਜਿਹੜੇ ਮੁੱਖ ਸੇਵਾਦਾਰ, ਮੁੱਖ ਪ੍ਰਬੰਧਕ ਵੀ ਨੇ। ਇਸ ਦੇ ਇਤਿਹਾਸ ਬਾਰੇ ਔਰ ਇਸ ਦੇ ਵਿਗਿਆਨਿਕ ਔਰ ਤਕਨੀਕੀ ਪਹਿਲੂਆਂ ਬਾਰੇ ਸਾਰਾ ਕੁਝ ਵਿਸਥਾਰ ਸਹਿਤ ਕਾਕਾ ਵੀਰ ਜੀ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਮਾਈਕ ਤੁਹਾਡੇ ਹਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਅਸਥਾਨ ਜੋ ਹੈ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੀ ਆਪਣੀ ਜੱਦੀ ਜਾਇਦਾਦ ਸੀ, ਜੋ ਕਿ ਲਗਭਗ 65 ਏਕੜ ਜ਼ਮੀਨ ਦੇ ਵਿੱਚ ਬਣਿਆ ਹੋਇਆ ਹੈ। ਅਤੇ ਜਦੋਂ ਸੰਤ ਅਤਰ ਸਿੰਘ ਜੀ ਮਹਾਰਾਜ ਆਪਣੀ ਜੋ ਯਾਤਰਾ ਹੈ, ਫੌਜ ਦੇ ਵਿੱਚ ਨੌਕਰੀ ਤੋਂ ਬਾਅਦ ਸਾਧੂ ਬਣਨ ਦਾ ਜੋ ਉਹਨਾਂ ਦਾ ਆਪਣਾ ਆਸ਼ਾ ਸੀ, ਉਹ ਹਜ਼ੂਰ ਸਾਹਿਬ ਚਲੇ ਗਏ। ਉਸ ਤੋਂ ਬਾਅਦ ਲੰਬਾ ਹੈ ਇਤਿਹਾਸ। ਸੋ ਉਹਨਾਂ ਦੇ ਬਾਅਦ ਸੰਤ ਤੇਜਾ ਸਿੰਘ ਮਹਾਰਾਜ ਨੇ ਸੇਵਾ ਸੰਭਾਲ ਕੀਤੀ, ਅਤੇ ਇਹ ਜਿਹੜੀ ਜਾਇਦਾਦ ਸੀ, ਇਹ ਸਾਰੀ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੀ ਗਈ 1962 ਦੇ ਲਗਭਗ, ਤਾਂ ਜੇ ਇਹਦੀ ਸਾਂਭੋ ਸੰਭਾਲ ਠੀਕ ਢੰਗ ਨਾਲ ਹੋ ਸਕੇ। ਅਤੇ 1911 ਵਿੱਚ ਸੰਤ ਜੀ ਮਹਾਰਾਜ ਇੱਥੇ ਆਏ ਸੀ। ਇਸ ਨਗਰ ਵਿੱਚ ਆਪਣੇ ਜਾਣ ਤੋਂ ਬਾਅਦ 3 ਦਫਾ ਸੰਤ ਅਤਰ ਸਿੰਘ ਜੀ ਮਹਾਰਾਜ ਇੱਥੇ ਆਏ। ਜਦੋਂ ਪਹਿਲੀ ਦਫਾ ਇੱਥੇ ਆਏ, ਅਤੇ ਇੱਥੇ ਇੱਕ ਜੋ ਅਸੀਂ ਆਹ ਸਰੋਵਰ ਦੇ ਵਿੱਚ ਦੇਖ ਰਹੇ ਹਾਂ, ਗੁਰੂ ਘਰ ਬਣਿਆ ਹੋਇਆ ਦਰਬਾਰ ਸਾਹਿਬ ਥੜਾ ਵਾਲਾ, ਇੱਥੇ ਸੰਤ ਜੀ ਮਹਾਰਾਜ ਆ ਕੇ ਠਹਿਰੇ। ਅਤੇ ਛੋਟੀ ਭੈਣ ਜਿਹੜੀ ਉਹਨਾਂ ਦੀ ਸੀ, ਉਹ ਇੱਥੇ ਖੇਤਾਂ ਵਿੱਚ ਕੰਮ ਕਰ ਰਹੀ ਸੀ, ਪਸ਼ੂ ਚਰਾ ਰਹੀ ਸੀ। ਅਤੇ ਉਹਨੇ ਆਪਣਾ ਚਾਚੀ ਜੀ ਨੂੰ ਅਤੇ ਮਾਤਾ ਜੀ ਨੂੰ ਸੰਦੇਸ਼ ਦਿੱਤਾ ਜਾ ਕੇ ਘਰ। ਸੰਤ ਜੀ ਮਹਾਰਾਜ ਨੇ ਕਿਹਾ ਵੀ ਜਾ ਬੇਬੇ ਜੀ ਨੂੰ ਬੁਲਾ ਲਿਆਓ, ਅਤੇ ਉਹ ਪਹਿਚਾਣ ਗਈ ਵੀ ਮੇਰਾ ਗੁਆਚਿਆ ਹੋਇਆ ਵੀਰ ਮਿਲ ਗਿਆ ਹੈ। ਅਤੇ ਸੋ ਇੱਥੇ ਮਾਤਾ ਜੀ ਫਿਰ ਦੁੱਧ ਲੈ ਕੇ ਆਏ, ਅਤੇ ਇੱਥੇ ਸੰਤ ਜੀ ਮਹਾਰਾਜ ਆ ਕੇ ਤਕਰੀਬਨ 40 ਦਿਨ ਰੁਕੇ। ਮਾਤਾ ਜੀ ਨਾਲ ਇੱਕ ਬਚਨ ਕੀਤਾ ਵੀ ਜਿੰਨਾ ਚਿਰ ਤੁਸੀਂ ਸਾਨੂੰ ਸ਼ਾਦੀ ਕਰਵਾਉਣ ਲਈ ਨਹੀਂ ਕਹੋਗੇ, ਉਨਾ ਚਿਰ ਅਸੀਂ ਇੱਥੇ ਰੁਕਾਂਗੇ। ਮਾਤਾ ਜੀ ਕਹਿ ਰਹੇ ਸੀ ਵੀ ਇੱਥੇ ਰੁਕੋ। ਸੋ ਇਹ ਬਚਨ ਹੋ ਗਿਆ। ਸੰਤ ਜੀ ਮਹਾਰਾਜ ਨੇ ਰੋਜ਼ ਇੱਕ ਜਪਜੀ ਸਾਹਿਬ ਦੀ ਪੌੜੀ ਕੰਠ ਕਰਵਾਉਣੀ ਮਾਤਾ ਜੀ ਨੂੰ ਸ਼ੁਰੂ ਕੀਤੀ, ਕਿਉਂਕਿ ਮਾਤਾ ਜੀ ਪੜ੍ਹੇ ਨਹੀਂ ਸੀ ਹੋਏ। ਅਤੇ ਜਦੋਂ ਮਾਤਾ ਜੀ ਦਾ ਸਾਰਾ ਜਪਜੀ ਸਾਹਿਬ ਕੰਠ ਹੋ ਗਿਆ, ਕਰਤਾਰ ਦੀ ਨੇਤ, ਅਤੇ ਮਾਤਾ ਜੀ ਨੂੰ ਮੋਹ ਦੀ ਜਾਗ ਆ ਗਈ। ਅਤੇ ਅਗਲੇ ਦਿਨ ਕਹਿਣ ਲੱਗੇ, ਚੰਗਾ ਹੋਵੇ ਜਿਵੇਂ ਛੋਟੇ ਪੁੱਤਰ ਨੇ ਵਿਆਹ ਕਰਾਇਆ ਹੈ, ਤੂੰ ਵੀ ਕਰਾ ਲਵੇਂ। ਅਤੇ ਸੰਤ ਜੀ ਮਹਾਰਾਜ ਖਿੜਖੜਾ ਕੇ ਹੱਸ ਪਏ, ਕਹਿੰਦੇ ਮਾਤਾ ਜੀ ਤੁਸੀਂ ਹੁਣ ਆਪਣਾ ਬਚਨ ਹਾਰ ਗਏ। ਸੋ ਰਾਤ ਨੂੰ ਹੀ ਇੱਥੋਂ ਚਾਲੇ ਪਾ ਗਏ। ਸੋ ਉਸ ਤੋਂ ਬਾਅਦ ਫਿਰ ਆਏ, ਅਤੇ ਇਸ ਦਾ ਨੀਂਹ ਪੱਥਰ ਰੱਖਿਆ 1911 ਦੇ ਵਿੱਚ, ਅਤੇ ਨਾਲ ਹੀ ਬਚਨ ਕੀਤਾ ਵੀ ਸਾਡੇ ਤੋਂ ਬਾਅਦ ਆ ਕੇ ਬਣਾਉਣਗੇ। ਤਾਂ ਸੋ ਸੰਤ ਤੇਜਾ ਸਿੰਘ ਜੀ ਮਹਾਰਾਜ ਨੇ ਇਹ ਫਿਰ ਗੁਰੂ ਘਰ ਇੱਥੇ ਬਣਾਇਆ। ਉਹ ਗੁਰੂ ਘਰ ਬਿਰਧ ਹੋ ਚੁੱਕਾ ਸੀ। ਹੁਣ ਉਸ ਗੁਰੂ ਘਰ ਦੀ ਇਮਾਰਤ ਸੰਤ ਬਾਬਾ ਇਕਬਾਲ ਸਿੰਘ ਜੀ ਹੋਰਾਂ ਨੇ ਆਰੰਭ ਕੀਤੀ, ਅਤੇ ਬਹੁਤ ਵੱਡਾ ਵਿਸ਼ਾਲ ਗੁਰੂ ਘਰ ਬਣ ਰਿਹਾ ਹੈ। ਇਸ ਦੇ ਵਿੱਚ ਅਸੀਂ ਨਾ ਮਾਰਬਲ ਅਤੇ ਨਾ ਹੀ ਸੋਨਾ ਵਗੈਰਾ ਨਹੀਂ ਲਗਾ ਰਹੇ। ਅਸੀਂ ਇਹਨੂੰ ਨੈਚੁਰਲ ਜੋ ਸਾਡੀ ਪੁਰਾਤਨ ਪਰੰਪਰਾ ਸੀ, ਅਸੀਂ ਇੱਟਾਂ ਦੀਆਂ ਹੀ ਆਰਚਾਂ ਲਾ ਕੇ ਉਸ ਨੂੰ ਹੀ ਸ਼ੋਭਨੀਕ ਕਰਦੇ ਸੀ। ਜਿਵੇਂ ਖਾਲਸਾ ਕਾਲਜ ਅੰਮ੍ਰਿਤਸਰ ਅੱਜ ਵੀ ਸ਼ੋਭਨੀਕ ਹੈ, ਜਾਂ ਸਾਡੇ ਕਿਲ੍ਹੇ ਸ਼ੋਭਨੀਕ ਨੇ। ਸੋ ਉਹ ਆਪ ਜੀ ਨੂੰ ਅਸੀਂ ਦਰਸਾਉਣਾ ਚਾਹੁੰਦੇ ਹਾਂ, ਅਤੇ ਅਸੀਂ ਕੈਮਰਾਮੈਨ ਨੂੰ ਬੇਨਤੀ ਕਰਦੇ ਹਾਂ ਜਿਹੜਾ ਇਸ ਦਾ ਆਪਾਂ ਅੰਦਰੋਂ ਦੇਖੀਏ। ਇਹ ਸੇਵਾ ਜੋ ਹੈ ਸੰਤ ਬਾਬਾ ਇਕਬਾਲ ਸਿੰਘ ਜੀ ਹੋਰਾਂ ਕਲਗੀਧਰ ਟਰੱਸਟ ਵੱਲੋਂ ਕਰਵਾਈ ਜਾ ਰਹੀ ਹੈ। ਸੋ ਇਹ ਜਿਹੜੀ ਸੇਵਾ ਹੈ, ਇਹ ਸ਼੍ਰੋਮਣੀ ਕਮੇਟੀ ਨੂੰ, ਲੋਕਲ ਕਮੇਟੀ ਹੈ ਇੱਥੇ ਸ਼੍ਰੋਮਣੀ ਕਮੇਟੀ ਦੇ ਅੰਡਰ, ਸੋ ਉਸ ਨੂੰ ਇਹ ਸੌਂਪ ਦਿੱਤੀ ਜਾਏਗੀ। ਅਤੇ ਲਗਭਗ ਕਾਫੀ ਕੰਮ ਮੁਕੰਮਲ ਹੋ ਚੁੱਕਾ ਹੈ। ਸੋ ਆਪ ਜੀ ਦੇਖੋਗੇ ਇਸ ਦੀ ਜਿਹੜੀ ਕਲਾ ਹੈ, ਇਹਦੀ ਹਾਈਟ ਹੈ ਵੀ ਜੇ ਅਸੀਂ ਉਦੋਂ ਪੁਰਾਤਨ ਸਮੇਂ 'ਚ AC ਨਹੀਂ ਵੀ ਚਲਾਉਂਦੇ ਸੀ, ਪੱਖੇ ਨਹੀਂ ਵੀ ਲਾਉਂਦੇ ਸੀ, ਪੱਖਾ ਵੀ ਇਹਦਾ ਬਹੁਤ ਵੱਡਾ ਲਗਾਇਆ ਗਿਆ ਹੈ। ਇੱਕੋ ਹੀ ਪੱਖਾ ਜੋ ਹੈ ਸਾਰੀ ਹਵਾ ਦਿੰਦਾ ਹੈ। ਅਤੇ ਇਸ ਤਰ੍ਹਾਂ ਦੀ ਟੈਕਨੀਕ ਪੁਰਾਤਨ ਕਲਾ ਦੇ ਵਿੱਚ ਇਹ ਸਾਰਾ ਬਣ ਰਿਹਾ ਹੈ, ਬਹੁਤ ਸੁੰਦਰ। ਅਤੇ ਇਸ ਨੂੰ ਅਸੀਂ ਪਲਸਤਰ ਵਗੈਰਾ ਜਾਂ ਹੋਰ ਨਹੀਂ ਕਰ ਰਹੇ, ਇਸ ਇੱਟਾਂ ਨੂੰ ਹੀ ਅਸੀਂ ਜਿਹੜਾ ਹੈ ਵਾਰਨਿਸ਼ ਕਰ ਰਹੇ ਹਾਂ, ਤਾਂ ਕਿ ਇਹਦੀ ਸਾਊਂਡ ਕੰਟਰੋਲ 'ਚ ਰਹੇ।
ਤੇ ਇਹਦਾ ਜਿਹੜਾ ਪੁਰਾਤਨ ਸਾਡੀ ਕਲਾ ਸੀ, ਪੁਰਾਤਨ ਜਿਹੜੀ ਸਾਡੀਆਂ ਦਿੱਖ ਸੀ, ਸਾਡੇ ਕਿਲਿਆਂ ਦੀ, ਸਾਡੇ ਗੁਰੂ ਘਰਾਂ ਦੀ, ਉਸ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਸ ਤਰ੍ਹਾਂ ਦੇ ਇੱਕ ਗੁਰੂ ਘਰ ਬਾਬਾ ਇਕਬਾਲ ਸਿੰਘ ਜੀ ਹੋਰਾਂ ਵੱਲੋਂ ਗੋਮਤੀ ਬਣ ਚੁੱਕਾ ਹੈ ਡਿਸਟ੍ਰਿਕਟ ਪੀਲੀਭੀਤ ਵਿੱਚ। ਉਹ ਵੀ ਅਸੀਂ ਇਹਨਾਂ ਨੂੰ ਕਹਾਂਗੇ ਸਨੈਪ ਅਸੀਂ ਭੇਜ ਕੇ ਇਹਨਾਂ ਨੂੰ, ਤਾਂ ਕਿ ਸੰਗਤ ਦੇ ਲਈ ਦਰਸ਼ਨਾਂ ਲਈ ਭੇਜੀ ਜਾ ਸਕੇ। ਸੋ ਇਹ ਜਿਹੜੀ ਹੈ ਕਾਫੀ ਵੱਡੇ ਖਰਚ ਨਾਲ ਇਹ ਗੁਰੂ ਘਰ ਬਣ ਰਿਹਾ ਹੈ। ਲਗਭਗ 20 ਕਰੋੜ ਦੇ ਖਰਚ ਨਾਲ ਇਹ ਗੁਰੂ ਘਰ ਤਿਆਰ ਹੋ ਰਿਹਾ ਹੈ। ਸੋ ਆਉਣ ਵਾਲੇ ਸਮੇਂ 'ਚ ਜਲਦੀ ਹੀ ਇਹ ਇੱਥੇ ਪ੍ਰਕਾਸ਼ ਹੋ ਜਾਏਗਾ ਅਤੇ ਇਹ ਗੁਰੂ ਘਰ ਜਿਹੜਾ ਹੈ ਸੰਗਤ ਨੂੰ ਸੌਂਪ ਦਿੱਤਾ ਜਾਏਗਾ। ਸੋ ਆਪ ਜੀ ਨੂੰ ਇਹ ਦਰਸ਼ਨ ਕਰਾਉਣਾ ਚਾਹੁੰਦੇ ਸੀ। ਜਿੱਥੇ ਅਕਾਲ ਅਕੈਡਮੀਆਂ, ਯੂਨੀਵਰਸਿਟੀਆਂ ਦੀ ਸੇਵਾਵਾਂ ਚੱਲ ਰਹੀਆਂ ਹਨ ਕਲਗੀਧਰ ਟਰੱਸਟ ਬਾਬਾ ਇਕਬਾਲ ਸਿੰਘ ਜੀ ਹੋਰਾਂ ਵੱਲੋਂ, ਉੱਥੇ ਹੀ ਨਾਲ ਗੁਰੂ ਘਰਾਂ ਦੀਆਂ ਸੇਵਾ ਵੀ ਚੱਲ ਰਹੀਆਂ ਹਨ। ਆਪ ਜੀ ਨੂੰ ਕੱਲ੍ਹ ਤੋਂ ਅਸੀਂ ਦਰਸਾ ਰਹੇ ਹਾਂ ਵੀ ਕਾਫੀ ਐਸੇ ਕਾਜ ਨੇ, ਹਰ ਇੱਕ ਜਿਹੜੀਆਂ ਨਵੇਂ ਸਿਰੋਂ ਆਪ ਜੀ ਨੂੰ ਦਰਸ਼ਨ ਹੋਣਗੇ। ਸੋ ਇਸ ਦੇ ਨਾਲ ਗੁਰੂ ਘਰਾਂ ਦੀਆਂ ਵੀ ਸੇਵਾਵਾਂ ਮਹਾਂਪੁਰਸ਼ਾਂ ਵੱਲੋਂ ਕਰਵਾਈਆਂ ਜਾ ਰਹੀਆਂ, ਨਵੀਆਂ ਇਮਾਰਤਾਂ ਬਣਾ ਕੇ, ਸੁੰਦਰ ਬਣਾ ਕੇ, ਔਰ ਉਹਦੇ ਵਿੱਚ ਪੁਰਾਤਨ ਕਲਾ ਨੂੰ ਉਭਾਰ ਕੇ ਅਸੀਂ ਇਹ ਸੇਵਾਵਾਂ ਨਿਭਾ ਰਹੇ ਹਾਂ। ਸੋ ਆਪ ਜੀ ਨੂੰ ਦੱਸਦੇ ਹਾਂ ਵੀ ਆਹ ਜਿਹੜੀਆਂ ਇੱਟਾਂ ਨੇ ਸਾਹਮਣੇ, ਇਹ ਅਸੀਂ ਨਾ ਪਲਸਤਰ ਕੀਤੀਆਂ ਨੇ ਅਤੇ ਨਾ ਹੀ ਕੁਛ ਹੋਰ ਹੈ। ਅਸੀਂ ਇਸ ਤਰ੍ਹਾਂ ਪੁਰਾਤਨ ਦੇਖ ਨੂੰ ਉਭਾਰਨ ਵਾਸਤੇ, ਇਹ ਅਜੇ ਫਾਈਨਲ ਫਿਨਿਸ਼ਿੰਗ ਨਹੀਂ ਹੈ, ਜਦੋਂ ਅਜੇ ਇੱਕ ਵਾਰੀ ਹੋਰ ਇਸ 'ਤੇ ਕੋਟ ਹੋਣਾ ਹੈ। ਸੋ ਆਪ ਜੀ ਸੰਗਤ ਦੇਖੋਗੇ ਵੀ ਕਿੰਨੀ ਸੋਹਣੀ ਸਾਨੂੰ ਬਗੈਰ ਮਾਰਬਲ, ਬਗੈਰ ਟਾਇਲ ਔਰ ਬਗੈਰ ਸੋਨੇ ਤੋਂ ਕਿੰਨੀ ਸੋਹਣੀ ਦਿੱਖ ਸਾਡੀ ਇੱਕ ਪੁਰਾਤਨ ਕਲਾ ਦੀ ਸਾਹਮਣੇ ਆ ਰਹੀ ਹੈ। ਇਹ ਇੱਕ ਵਾਰਨਿਸ਼ ਹੋਈ ਹੈ। ਇਹ ਅੰਦਰ ਬਾਹਰ ਇਸ ਤਰ੍ਹਾਂ ਹੀ ਹੋਣਾ ਹੈ, ਬਾਹਰੋਂ ਵੀ ਸਾਰਾ ਇਸ ਤਰ੍ਹਾਂ ਹੋਏਗਾ, ਅੰਦਰੋਂ ਵੀ ਇਸ ਤਰ੍ਹਾਂ ਹੋਏਗਾ। ਸੋ ਇਹ ਸਾਨੂੰ ਦੇਖਣਾ ਚਾਹੀਦਾ ਵੀ ਅਸੀਂ ਕਿਸ ਤਰ੍ਹਾਂ ਆਪਣੀਆਂ ਪੁਰਾਣੀਆਂ, ਜਿਵੇਂ ਸੰਤ ਜੀ ਮਹਾਰਾਜ ਨੇ ਤੰਤੀ ਸਾਜ਼ਾਂ ਨੂੰ ਬਚਾਉਣ ਲਈ ਕੀਤਾ ਵੀ ਅਸੀਂ ਤੰਤੀ ਸਾਜ਼ ਅਲੋਪ ਹੋ ਰਹੇ ਸੀ। ਸੋ ਸਾਡੀਆਂ ਗੁਰੂ ਘਰ ਦੀਆਂ ਇਮਾਰਤਾਂ ਦੀ ਕਲਾ ਵੀ ਅਲੋਪ ਹੋ ਰਹੀ ਹੈ, ਜੋ ਗੁਰੂ ਸਾਹਿਬਾਨਾਂ ਤੋਂ ਚੱਲਦੀ ਆ ਰਹੀ ਸੀ। ਅਤੇ ਉਸ ਨੂੰ ਵੀ ਅਸੀਂ ਜਿੰਨੇ ਵੀ ਗੁਰੂ ਘਰ ਬਣ ਰਹੇ ਨੇ, ਬੜੂ ਸਾਹਿਬ ਬਣ ਰਿਹਾ ਹੈ, ਗੋਮਤੀ ਬਣਿਆ ਹੈ, ਹੋਰ ਵੀ ਸਾਡੇ ਜਿੰਨੇ ਵੀ ਗੁਰੂ ਘਰਾਂ ਦੀ ਬਾਬਾ ਜੀ 13 ਗੁਰੂ ਘਰਾਂ ਦੀ ਸੇਵਾ ਆਰੰਭੀ ਹੋਈ ਹੈ। ਸੋ ਉਸ ਦੇ ਵਿੱਚ ਸਭ ਤੋਂ ਪਹਿਲਾਂ ਇਹੀ ਧਿਆਨ ਰੱਖਿਆ ਜਾ ਰਿਹਾ ਹੈ ਸੋਨਾ ਔਰ ਮਾਰਬਲ ਨਾ ਇਸਤੇਮਾਲ ਕੀਤਾ ਜਾਏ, ਤਾਂ ਜੋ ਅਸੀਂ ਬਹੁਤ ਸਾਰਾ ਪੈਸਾ ਉੱਧਰ ਲਾ ਦਿੰਦੇ ਹਾਂ, ਉਸ ਦਾ ਕੋਈ ਫਾਇਦਾ ਹੁੰਦਾ ਨਹੀਂ। ਸੋ ਉਸ ਪੈਸਾ ਅਸੀਂ ਐਜੂਕੇਸ਼ਨ 'ਤੇ ਲਾ ਰਹੇ ਹਾਂ, ਪਰ ਉਹ ਪੁਰਾਤਨ ਕਲਾ ਨੂੰ ਸੰਭਾਲਦੇ ਹੋਏ ਆਪ ਜੀ ਤੱਕ ਇਹ ਦਰਸ਼ਨ ਕਰਾਉਣ ਲਈ ਲਿਆਏ ਹਾਂ ਕੈਮਰਾਮੈਨ ਅਤੇ ਔਰ ਜਸ TV ਵਾਲਿਆਂ ਨੂੰ। ਸੋ ਆਪ ਜੀ ਜ਼ਰੂਰ ਦਰਸ਼ਨ ਕਰਨਾ ਔਰ ਅੱਗੇ ਵੀ ਸੇਧ ਬਖਸ਼ਣਾ ਕਿ ਅਸੀਂ ਇਹੋ ਜਿਹੀਆਂ ਕਲਾ ਜਿਹੜੀਆਂ ਨੇ, ਜਿਵੇਂ ਹੁਣ ਦਾਸ ਆਪ ਜੀ ਨੂੰ ਪੱਖੇ ਬਾਰੇ ਵੀ ਦੱਸਣਾ ਚਾਹੁੰਦਾ ਹੈ ਕਿ ਇਹ ਪੱਖਾ ਲਗਭਗ 2 ਲੱਖ ਰੁਪਏ ਦਾ ਆਇਆ ਹੈ। ਅਸੀਂ ਬੰਗਲੌਰ ਤੋਂ, ਨਹੀਂ ਆਰਡਰ 'ਤੇ ਹੀ ਆਇਆ ਹੈ। ਸੋ ਕਿੱਥੇ ਇੰਨੇ ਪੱਖੇ ਲੱਗਣੇ ਸੀ, ਉਹਦੀਆਂ ਰਾੜਾਂ ਲਮਕਣੀਆਂ ਸੀ, ਅਤੇ ਖਰਚ ਜਦੋਂ ਅਸੀਂ ਦੇਖਦੇ ਹਾਂ ਤਾਂ ਉਹ ਖਰਚ ਜ਼ਿਆਦਾ ਬੈਠ ਜਾਂਦਾ ਹੈ। ਸੋ ਇਹਦੇ ਨਾਲ ਫਾਇਦਾ ਸਾਡੀ ਬਿਜਲੀ ਸੇਵਿੰਗ ਹੈ, ਹਵਾ ਬਹੁਤ ਜ਼ਿਆਦਾ ਸਰਕੂਲੇਟ ਕਰਦਾ ਹੈ। ਮਤਲਬ ਜਦੋਂ ਇਹ ਚੱਲ ਪਏ ਤਾਂ ਠੰਡ ਲੱਗਣ ਲੱਗ ਜਾਂਦੀ ਹੈ, ਜਿਵੇਂ AC ਤੋਂ ਵੀ ਨਹੀਂ। ਸੋ ਇਹੋ ਜਿਹੀਆਂ ਕਲਾ ਜਿਹੜੀਆਂ ਨੇ ਅਸੀਂ ਪੁਰਾਤਨ ਸਿਸਟਮ ਦੇ ਵਿੱਚ ਲਿਆ ਕੇ, ਅਸੀਂ ਪੈਸੇ ਦੀ ਸੇਵਿੰਗ ਕਰਕੇ ਗੁਰੂ ਘਰ ਨੂੰ ਚੰਗਾ ਬਣਾ ਕੇ ਔਰ ਉਹਦੀਆਂ ਸਹੂਲਤਾਂ ਚੰਗੀਆਂ ਸਾਡੇ ਲਈ ਮਿਲ ਸਕਣ, ਇਹ ਇਸ ਤਰ੍ਹਾਂ ਦੇ ਕਾਜ ਕੀਤੇ ਜਾ ਰਹੇ ਨੇ। ਸੋ ਇਹ ਸੰਗਤ ਜੋ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਸਾਰੀ ਨਗਰ ਦੀ ਸੰਗਤ ਹੈ। ਇਹ ਬੜੇ ਲੰਮੇ ਸਮੇਂ ਤੋਂ ਬਾਬਾ ਜੀ ਨਾਲ ਮੋਢਾ ਲਾ ਕੇ, ਬਚਪਨ ਤੋਂ ਹੀ, ਜਦੋਂ ਬਾਬਾ ਸੰਤੋਖ ਸਿੰਘ ਜੀ, ਉਸ ਤੋਂ ਬਾਅਦ ਬਾਬਾ ਇਕਬਾਲ ਸਿੰਘ ਜੀ, ਹੁਣ ਇਹ ਦਾਸ ਨਾਲ ਅਤੇ ਡਾਕਟਰ ਦਵਿੰਦਰ ਸਿੰਘ ਬਾਬਾ ਜੀ ਨਾਲ ਸੇਵਾ ਨਿਭਾ ਰਹੇ ਨੇ। ਇਹ ਸਾਡੇ ਇੱਕ ਗੁਰੂ ਪਿਆਰੇ ਆਪ ਜੀ ਨੂੰ ਸਾਰਾ ਦੱਸਣਗੇ। ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਸਥਾਨ ਸ਼੍ਰੀਮਾਨ 111 ਸੰਤ ਅਤਰ ਸਿੰਘ ਜੀ ਦੀ ਯਾਦ ਦੇ ਵਿੱਚ ਉਹਨਾਂ ਦੇ ਖੇਤ ਵਿੱਚ ਬਣਿਆ ਹੋਇਆ ਹੈ, ਜਿਹੜਾ ਗੁਰਦੁਆਰਾ ਪਿੰਡ ਦੇ ਵਿੱਚ ਹੈ, 9 ਮੰਜ਼ਿਲਾ ਜਿਲ ਕਹਿੰਦੇ ਆਪਾਂ ਉਹਨੂੰ, ਉਹ ਉਹਨਾਂ ਦਾ ਉਸ ਸਮੇਂ ਦਾ ਘਰ ਸੀ। ਇਹ ਉਹਨਾਂ ਦਾ ਖੇਤ ਸੀ, ਇੱਥੇ ਹੀ ਉਹ ਖੇਤੀਬਾੜੀ ਕਰਦੇ ਰਹੇ ਨੇ। ਛੋਟੇ ਹੁੰਦਿਆਂ ਦਾ ਜਿਹੜਾ ਬਹੁਤਾ ਜੀਵਨ ਹੈ ਸੰਤਾਂ ਦਾ, ਉਹ ਇਸ ਏਰੀਏ 'ਚ ਹੀ ਬਤੀਤ ਹੋਇਆ। ਤਕਰੀਬਨ ਇੱਥੇ ਜਿਹੜਾ ਇਹ ਹੁਣ ਆਲੇ ਦੁਆਲੇ ਨੇ ਇੱਥੇ 25 ਏਕੜ ਜ਼ਮੀਨ ਸੀ, ਉਹਦੇ ਵਿੱਚ ਇਹ ਬਣਿਆਗਾ। ਸੋ 1900 ਤਕਰੀਬਨ 2010 ਦੇ ਵਿੱਚ ਇਸ ਦੀ ਸੇਵਾ ਤੀ ਜਿਹੜੀ ਉਹ ਆਰੰਭ ਕੀਤੀ ਸੀ ਸੰਤ ਬਾਬਾ ਇਕਬਾਲ ਸਿੰਘ ਜੀ ਨੇ। ਇਹ ਬਹੁਤ ਥੱਲਿਓਂ ਤਕਰੀਬਨ 16 ਫੁੱਟ 17 ਫੁੱਟ ਡੂੰਘੇ ਥੱਲਿਓਂ ਪਿੱਲਰ ਲਿਆਤੇ ਹੋਏ ਨੇ, ਥੱਲਿਓਂ ਸਾਰੀ ਕਰਕੇ ਆਈ ਹੋਈ ਆ। ਇਹ ਪਿੱਲਰ ਇਹ ਜਿਹੜਾ ਹੈਗਾ ਤਕਰੀਬਨ ਇਹ 30 ਫੁੱਟ ਡੂੰਘਾ ਪਿੱਲਰ ਆ। ਉੱਥੋਂ ਲੈ ਕੇ ਜੇ ਆਪਾਂ ਇਹਦੀ ਮਿਣਤੀ ਕਰੀਏ, ਇਹ ਬਹੁਤ ਹੀ ਮਜ਼ਬੂਤ ਸਥਿਤੀ ਦੇ ਵਿੱਚ ਬਣਾਇਆ ਗਿਆ। ਇਹਦੇ ਵਿੱਚ ਇੱਕ ਪਿੱਲਰ ਦੇ ਵਿੱਚ ਬਹੁਤ ਜ਼ਿਆਦਾ ਹੀ ਮੋਟਾ
ਸਰੀਆ ਬਹੁਤ ਜ਼ਿਆਦਾ ਪਿਆ ਹੋਇਆ ਗਾ, ਬਹੁਤ ਜ਼ਿਆਦਾ ਉਹ ਪਿਆ ਹੋਇਆ। ਜੇ ਆਪਾਂ ਇੰਜੀਨੀਅਰ ਦੀ ਜਿਹੜੀ ਮਦਦ ਕੀਤੀ ਹੈ ਵੀ ਇਹ ਸਦੀਆਂ ਤੱਕ ਰਹਿਣ ਵਾਲਾ ਅਸਥਾਨ ਬਣ ਰਿਹਾ ਗਾ। ਤੋ ਇਹਦੇ ਉੱਤੇ ਭਾਈ ਕੁਛ ਚਿਰ ਲਈ ਸਾਥੋਂ ਇਹਨੂੰ ਸੇਵਾ ਵਿੱਚ ਬੰਦ ਵੀ ਕਰਨੀ ਪਈ। ਹੁਣ ਇਹ ਸੇਵਾ ਹੈ ਜਿਹੜੀ ਇਹ ਲਗਾਤਾਰ ਚੱਲ ਰਹੀ ਹੈ। ਸੋ ਸਾਨੂੰ ਉਮੀਦ ਹੈ ਵੀ ਇਹ 1-2 ਸਾਲਾਂ ਦੇ ਵਿੱਚ ਹੋਰ ਪੂਰਨ ਤੌਰ 'ਤੇ ਇਹ ਮੁਕੰਮਲ ਹੋ ਜਾਊਗਾ। ਅਤੇ ਪਰ ਇਹਦੇ ਉੱਤੇ ਖਰਚਾ ਜਿਹੜਾ ਬਹੁਤ ਜ਼ਿਆਦਾ ਹੋਇਆ। ਦੇਖਾ ਜਿਹੜੀ ਇਹ ਬਿਲਕੁਲ ਇਹ ਬਹੁਤ ਜ਼ਿਆਦਾ ਵਧੀਆ ਹੈ। ਜਿਹੜਾ ਕੋਈ ਬੰਦਾ ਬਾਹਰੋਂ ਆ ਕੇ ਦੇਖਦਾ ਇਹਨੂੰ, ਇਹ ਦੇਖਣ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਲੋਕ ਅੱਜ ਕੱਲ੍ਹ ਦੇ ਟਾਈਮ 'ਚ। ਜੇ ਆਪਾਂ ਇੱਥੇ ਹੁਣ ਖੜ੍ਹੇ ਹਾਂ, ਦੇਖੋ ਇੱਥੇ ਖੜ੍ਹਿਆਂਗੇ ਆਪਾਂ, ਇੰਨੀ ਗਰਮੀ ਹੈ, ਤਕਰੀਬਨ 35-40 ਡਿਗਰੀ 'ਤੇ ਉਹ ਆ, ਪਰ ਇੱਥੇ ਆਪਾਂ ਨੂੰ ਠੰਡ ਮਹਿਸੂਸ ਹੋ ਰਹੀ ਹੈ। ਇਹੋ ਜਿਹਾ ਕੋਈ ਇਹ ਨਹੀਂ ਹੈਗਾ। ਜੇਕਰ ਉਹ ਪੱਖਾ ਅਸੀਂ ਚਲਾਉਂਦੇ ਹਾਂ, ਜੋੜ ਮੇਲੇ ਵੇਲੇ ਚਲਾਉਂਦੇ ਹਾਂ, ਉਸ ਵਕਤ ਇੱਥੇ ਸਾਥੋਂ ਬੈਠਿਆ ਨਹੀਂ ਜਾਂਦਾ ਹੈਗਾ, ਇੰਨੀ ਠੰਡ ਹੋ ਜਾਂਦੀ ਆ। ਸਿਰਫ 1 ਨੰਬਰ 'ਤੇ ਚਲਾਈ ਤੋਂ ਹੈ, ਸਿਰਫ 1 ਨੰਬਰ 'ਤੇ ਚਲਾਇਆ ਜੇ ਤਾਂ ਵੀ ਇੱਥੇ ਠੰਡ ਮਹਿਸੂਸ ਹੁੰਦੀ ਆ ਉਹਦੇ ਨਾਲ, ਉਹ ਕਰਕੇ। ਸੋ ਭਾਈ ਤੁਹਾਡਾ ਚੈਨਲ ਵਾਲਿਆਂ ਦਾ ਗੁਰਦੁਆਰਾ ਜਨਮ ਸਥਾਨ ਵੱਲੋਂ, ਚੀਮਾ ਨਗਰ ਦੇ ਨਿਵਾਸੀਆਂ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ। ਸੋ ਜਿਨ੍ਹਾਂ ਨੇ ਆਪਦੇ ਵਿੱਚੋਂ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਹ ਗੱਲਬਾਤ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਪਹਿਲੇ ਦਿਨ ਤੋਂ ਇਹ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਯੂਰਪ ਦੇ ਲੋਕਾਂ ਨੇ ਜਾਂ ਪੱਛਮ ਦੇ ਲੋਕਾਂ ਨੇ ਆਪਣੀਆਂ ਜਿਹੜੀਆਂ ਪੁਰਾਤਨ ਵਿਰਾਸਤੀ ਇਮਾਰਤਾਂ ਸੀ ਉਹਨਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਸੰਭਾਲ ਕੇ ਰੱਖਿਆ, ਮੇਨਟੇਨ ਕੀਤਾ। ਚਾਹੇ ਉਹ ਵੱਡੇ ਲੇਖਕਾਂ ਦੇ ਘਰ ਸੀ, ਚਾਹੇ ਉਹਨਾਂ ਦੇ ਰਾਜੇ ਮਹਾਰਾਜਿਆਂ ਦੇ ਕਿਲੇ ਸੀ, ਉਹਨਾਂ ਨੇ ਉਸ ਪੁਰਾਤਨ ਦਿੱਖ ਦੇ ਵਿੱਚ ਰੱਖਿਆ। ਸਾਡੇ ਇੱਥੇ ਥੋੜ੍ਹਾ ਉਲਟ ਹੋਇਆ। ਸਾਡੇ ਜਿੰਨੇ ਪੁਰਾਤਨ ਥਾਵਾਂ ਸੀਗੀਆਂ, ਜਿੰਨੀਆਂ ਵੀ ਇਤਿਹਾਸਕ ਥਾਵਾਂ, ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੇਂ ਪਿਤਾ ਤੱਕ, ਉਸ ਤੋਂ ਬਾਅਦ ਸਿੱਖ ਰਾਜ ਦੀਆਂ ਜਿੰਨੀਆਂ ਨਿਸ਼ਾਨੀਆਂ, ਮੈਂ ਕਿਸੇ ਦਾ ਨਾਮ ਨਹੀਂ ਲੈਂਦਾ, ਪਰ ਅਸੀਂ ਉਸ ਦੇ ਉੱਤੇ ਮਾਰਬਲ ਇਸ ਕਿਸਮ ਚੜ੍ਹਾ ਦਿੱਤਾ ਕਿ ਉਹ ਪੁਰਾਤਨਤਾ ਖਤਮ ਹੋ ਗਈ। ਅਸੀਂ ਆਪਣੀ ਨਵੀਂ ਪੀੜ੍ਹੀ ਨੂੰ, ਆਉਣ ਵਾਲੀ ਨਸਲ ਨੂੰ ਕੀ ਦਿਖਾਈਏ? ਪੱਥਰ ਦਿਖਾਈਏ, ਮਾਰਬਲ ਦਿਖਾਈਏ, ਜਾਂ ਸਿਰਫ ਇਤਿਹਾਸ ਦੱਸੀਏ ਕਿ ਇੱਥੇ ਹੁੰਦਾ ਸੀਗਾ ਪਰ ਹੁਣ ਤਾਂ ਸਾਰੀ ਦਿੱਖ ਬਦਲ ਗਈ। ਬਹੁਤ ਖੁਸ਼ੀ ਹੋਈ ਕਿ ਪੁਰਾਤਨ ਰਵਾਇਤ ਜਿਹੜੀ ਸਾਡੇ ਸਿੱਖ ਰਾਜ ਦਾ ਆਰਕੀਟੈਕਟ ਹੈ, ਜਿਵੇਂ ਤੁਸੀਂ ਖਾਲਸਾ ਕਾਲਜ ਦਾ ਜ਼ਿਕਰ ਕੀਤਾ, ਹੋਰ 1-2 ਇਮਾਰਤਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈਗੀਆਂ ਨੇ। ਉਸ ਤੋਂ ਬਾਅਦ ਖੁਸ਼ੀ ਦੀ ਗੱਲ ਕਿ ਤੁਸੀਂ ਗੋਮਤੀ ਵਾਲੇ ਗੁਰੂ ਘਰ ਦੀ ਗੱਲ ਕੀਤੀ, ਉੱਤਰ ਪ੍ਰਦੇਸ਼ ਵਾਲੇ ਦੀ, ਕਿ ਉਹ ਵੀ ਇਸੇ ਰਵਾਇਤ ਪੁਰਾਤਨ ਰੀਤ ਨਾਲ ਬਣਿਆ। ਇਸ ਨੂੰ ਵੀ ਉਸ ਤਰੀਕੇ ਨਾਲ ਆਪਾਂ ਸਜਾਉਣ ਦੀ ਜਾਂ ਸੁਸ਼ੋਭਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੀ ਅਸੀਂ ਉਹ ਮਾਰਬਲ ਲਾ ਕੇ ਆਪਣੀ ਰਵਾਇਤ ਨੂੰ ਕਿਤੇ ਗਵਾ ਤਾਂ ਨਹੀਂ ਲਿਆ ਜੀ? ਦਾਸ ਸਾਹਿਬ ਸਾਰਿਆਂ ਨੂੰ ਦੱਸਣਾ ਚਾਹੁੰਦਾ ਹੈ ਵੀ ਜੇ ਮਾਰਬਲ ਦੀ ਅੱਜ ਦੀ ਸਥਿਤੀ ਆਪ ਜੀ ਸਮਝੋ ਦਾਸ ਤੋਂ, ਤਾਂ ਅਸੀਂ 200-250-300 ਰੁਪਏ ਫੁੱਟ ਦਾ ਮਾਰਬਲ ਲਿਆਉਂਦੇ ਹਾਂ। ਉਹਦੀ ਲਾਈਫ ਸਿਰਫ ਤੇ ਸਿਰਫ 10 ਤੋਂ 15 ਸਾਲ ਹੈ। ਸੰਗਤ ਦਾ ਕਰੋੜਾਂ ਰੁਪਇਆ ਅਸੀਂ ਇਮਾਰਤਾਂ 'ਤੇ ਚੜ੍ਹਾ ਦਿੰਦੇ ਹਾਂ। 15 ਸਾਲਾਂ ਬਾਅਦ ਉਹਦੇ 'ਚ ਕਰੈਕ ਆ ਜਾਂਦੇ ਨੇ। ਉਹਦੀ ਥਿਕਨੈਸ ਜਿਹੜੀ ਹੈ ਬਹੁਤ ਘੱਟ ਗਈ ਹੈ, 12 mm ਰਹਿ ਗਈ ਹੈ। ਸੋ ਉਹਦੇ 'ਚ ਸਭ ਤੋਂ ਵੱਡਾ ਨੁਕਸ ਕੀ ਹੈ ਵੀ ਇੱਕ ਵਾਰੀ ਤਾਂ ਲਗਾਇਆ ਅੱਛਾ ਲੱਗਦਾ, ਉਸ ਤੋਂ ਬਾਅਦ ਕੀ ਹੈ, ਸਰਦੀ ਔਰ ਗਰਮੀ ਦੋਨਾਂ ਨੂੰ ਹੀ ਨੁਕਸਾਨ ਦਿੰਦਾ ਹੈ। ਸਰਦੀਆਂ ਵੇਲੇ ਉਹ ਠੰਡਾ ਬਹੁਤ ਹੋ ਜਾਂਦਾ, ਸਾਨੂੰ ਠੰਡ ਲੱਗਣ ਲੱਗ ਜਾਂਦੀ ਹੈ। ਗਰਮੀਆਂ ਵੇਲੇ ਉਹ ਗਰਮ ਹੋ ਜਾਂਦਾ ਹੈ, ਸਾਨੂੰ ਉਹਦੀ 'ਚ ਗਰਮੀ ਬਹੁਤ ਜ਼ਿਆਦਾ ਮਹਿਸੂਸ ਹੋਣ ਲੱਗ ਜਾਂਦੀ ਹੈ। ਸੋ ਜਿਹੜੀਆਂ ਪੁਰਾਤਨ ਕਲਾ ਸੀ, ਮੁਗਲ ਰਾਜ ਤੋਂ ਚੱਲਦੀ ਆ ਰਹੀ ਸੀ, ਜਿਹੜੀ ਗੁਰੂ ਸਾਹਿਬਾਨਾਂ ਨੇ ਅਪਣਾਈ ਸੀ, ਇਹ ਇੱਕ ਐਸੀ ਕਲਾ ਹੈ, ਇਹਦੇ 'ਚ ਗਰਮੀਆਂ 'ਚ ਤੁਹਾਨੂੰ ਠੰਡਾ ਹੋਏਗਾ, ਸਰਦੀਆਂ 'ਚ ਇਹ ਚੀਜ਼ ਗਰਮ ਹੋਏਗੀ। ਕੁਦਰਤ ਦੀ ਇੱਕ ਜਿਹੜੀ ਨੇਚਰ ਹੈਗਾ ਹੈ, ਉਹ ਨੇਚਰ ਨੂੰ ਇਹ ਪ੍ਰਜ਼ਰਵ ਕਰਦਾ, ਨੇਚਰ ਨੂੰ ਇੱਕ ਅਪਣਾਉਂਦਾ ਹੈ ਆਪਣੇ ਆਪ ਵਿੱਚ। ਅਤੇ ਇਸ ਲਈ ਅਸੀਂ ਨਹੀਂ ਚਾਹੁੰਦੇ ਵੀ ਗੁਰੂ ਘਰ ਦੀਆਂ ਇਮਾਰਤਾਂ ਸਿਰਫ ਮਾਰਬਲ ਜਾਂ ਸੋਨੇ ਨਾਲ ਹੀ ਸੋਹਣੀਆਂ ਲੱਗਦੀਆਂ ਨੇ। ਇਹ ਸਾਡੀ ਸੋਚ ਸਾਨੂੰ ਬਦਲਣੀ ਪਏਗੀ। ਸਾਡਾ ਜੇ ਮਾਰਬਲ ਅਤੇ ਸੋਨਾ ਐਜੂਕੇਸ਼ਨ 'ਤੇ ਲੱਗ ਜਾਏ ਜਾਂ ਧਰਮ ਪ੍ਰਚਾਰ 'ਤੇ ਲੱਗ ਜਾਏ, ਤਾਂ ਅਸੀਂ ਹੋ ਸਕਦਾ ਯਹੂਦੀਆਂ ਵਾਂਗੂ ਕਿਤੇ ਨਾ ਕਿਤੇ ਪਲੇਟਫਾਰਮ 'ਤੇ ਆ ਕੇ ਖੜ੍ਹੇ ਹੋ ਜਾਈਏ ਵੀ ਇਹ ਵੀ ਸਿੱਖ ਕੌਮ ਪੜ੍ਹੀ ਲਿਖੀ ਹੈ। ਸੋ ਮਹਾਂਪੁਰਸ਼ਾਂ ਦਾ ਇਹ ਸੀ। ਦਾਸ ਇਹ ਦੱਸਣਾ ਚਾਹੁੰਦਾ ਹੈ, ਗੁਰੂ ਘਰ ਜੋ ਬੜੂ ਸਾਹਿਬ ਬਣਿਆ ਹੋਇਆ ਹੈ, ਉਹ ਇਮਾਰਤ ਇਸ ਤੋਂ ਬਹੁਤ ਵੱਡੀ ਹੈ। ਇਹਦੀ ਹਾਈਟ 45 ਫੁੱਟ ਹੈ ਅਤੇ ਇਹ ਦਿੱਖ ਪਾਈ ਵੀ ਉਸ ਤੋਂ ਛੋਟਾ ਹੈ। ਉਹਦੀ ਹਾਈਟ 48 ਫੁੱਟ ਹੈ ਅਤੇ ਉਹ ਲਗਭਗ 26 ਮੰਜ਼ਿਲਾਂ ਦੇ ਕਰੀਬ ਉਹਦੀ ਇਮਾਰਤ ਦੀ ਉਚਾਈ ਹੈਗੀ ਹੈ। ਉਹਦਾ ਗੁੰਮਜ ਵਿਸ਼ਵ ਦੇ ਵਿੱਚ ਸਭ ਤੋਂ ਵੱਡਾ ਹੈ। ਉਹਦੀ ਜਿਹੜੀ ਪ੍ਰਕਾਰ ਕਹਿੰਦੇ ਹਾਂ ਅਸੀਂ ਕਲਾ ਦੇ ਵਿੱਚ 27 ਫੁੱਟ ਦੀ ਹੈ। 55 ਫੁੱਟ ਉਹਦਾ ਵੱਡਾ ਗੁੰਮਜ ਹੈ, ਚੌੜਾ, ਬਹੁਤ ਹਾਈਟ ਦਾ ਗੁੰਮਜ ਹੈ। ਸੋ ਇਹ ਕਲਾ ਨੂੰ ਅਸੀਂ ਉੱਧਰ ਉਭਾਰੀਏ। ਜਦੋਂ ਗੱਲ ਆਈ ਬੜੂ ਸਾਹਿਬ ਦੀ ਫਿਨਿਸ਼ਿੰਗ ਦੀ ਵੀ, ਇਹਨੂੰ ਫਿਨਿਸ਼ਿੰਗ ਕੀਤਾ ਜਾਏ ਤਾਂ ਉਹਦੇ 'ਤੇ ਲਗਭਗ ਖਰਚ ਸੀ ਜਿਹੜਾ ਉਹ ਅੱਜ ਤੋਂ 15 ਸਾਲ ਪਹਿਲੋਂ 25 ਕਰੋੜ
ਰੁਪਇਆ ਜਿਹੜਾ ਕੈਲਕੂਲੇਟ ਹੋਇਆ ਵੀ 25 ਕਰੋੜ ਰੁਪਏ ਨਾਲ ਇਹਦੀ ਫਿਨਿਸ਼ਿੰਗ ਹੋ ਜਾਏਗੀ। ਬਾਬਾ ਜੀ ਨੇ ਸਾਰੇ ਸੇਵਕਾਂ ਨੂੰ ਬਿਠਾਇਆ, ਆਦੇਸ਼ ਦਿੱਤਾ ਵੀ 25 ਕਰੋੜ ਨਾਲ ਇਹ ਦੱਸੋ ਅਕੈਡਮੀਆਂ ਕਿੰਨੀਆਂ ਬਣ ਜਾਣਗੀਆਂ। ਅਸੀਂ ਕਿਹਾ ਮਹਾਰਾਜ ਜੀ 25 ਅਕੈਡਮੀਆਂ ਸਟਾਰਟ ਹੋ ਸਕਦੀਆਂ ਨੇ 2nd ਕਲਾਸ ਤੱਕ। ਤੇ ਬਾਬਾ ਜੀ ਕਹਿੰਦੇ ਇਸ ਗੁਰੂ ਘਰ ਨੂੰ ਅਜੇ ਨਹੀਂ ਸਵਾਰਨਾ, 25 ਅਕਾਲ ਅਕੈਡਮੀਆਂ ਖੋਲ੍ਹੋ ਪਹਿਲੋਂ। ਸੋ ਮਹਾਂਪੁਰਸ਼ਾਂ ਦਾ ਸੀ ਵੀ ਇੱਥੇ ਪਾਠ ਹੋ ਰਿਹਾ, ਅਸੀਂ ਸਾਨੂੰ ਪੁੱਛਣ ਲੱਗੇ ਵੀ ਦੱਸੋ ਜੇ ਇਹਨੂੰ ਸਮਾਰ ਦਿਆਂਗੇ ਤੇ ਬਹੁਤ ਵਧੀਆ ਬਣਾ ਦਿਆਂਗੇ, ਪਾਠ ਕਰਨ 'ਚ ਕੋਈ ਫਰਕ ਪਏਗਾ? ਸਾਨੂੰ ਸਮਝਾਉਣ ਲੱਗੇ ਤੁਹਾਡੀ ਬਿਰਤੀ ਫਿਰ ਕਿਤੇ ਨਾ ਕਿਤੇ ਫੁੱਲਾਂ 'ਚ ਜਾਏਗੀ, ਕਿਤੇ ਕਿਤੇ ਰੁਮਾਲਿਆਂ 'ਚ ਜਾਏਗੀ, ਕਿਤੇ ਹੋਰ ਸੁਣੱਪਣ 'ਚ ਜਾਏਗੀ, ਤੁਹਾਡੀ ਅੱਖ ਉੱਥੇ ਉਧਰ ਖਿੱਚੇਗੀ। ਪਰ ਹੁਣ ਤੁਸੀਂ ਇਸ ਇਮਾਰਤ ਵਿੱਚ ਤੁਹਾਡੀ ਬਿਰਤੀ ਗੁਟਕਾ ਸਾਹਿਬ ਤੇ ਔਰ ਬਾਣੀ ਨਾਲ ਟਿਕੀ ਹੋਈ ਹੈ। ਤੁਸੀਂ ਹੋਰ ਕੋ ਤੁਹਾਨੂੰ ਵੇਖਣ ਨੂੰ ਕੁਝ ਮਿਲ ਹੀ ਨਹੀਂ ਰਿਹਾ ਕਿਧਰ। ਆਮ ਤੌਰ 'ਤੇ ਸੰਗਤ ਦਾਸ ਵੀ ਸਾਡੀ ਵੀ ਬਿਰਤੀ ਇਹੋ ਜਿਹੀ ਹੁੰਦੀ ਹੈ, ਜਦੋਂ ਬਹੁਤ ਸੁੰਦਰ ਗੁਰੂ ਘਰ ਬਣ ਜਾਂਦੇ ਨੇ ਸਾਡੀ ਬਿਰਤੀ ਉਹਨਾਂ ਨੂੰ ਵੇਖਣ 'ਤੇ ਲੱਗ ਜਾਂਦੀ ਹੈ, ਅਸੀਂ ਬਜਾਏ ਕਿ ਪਾਠ ਦੇ ਵਿੱਚ ਬਿਰਤੀ ਲਾਈਏ। ਕਿਉਂਕਿ ਇੱਕ ਦੁਨਿਆਵੀ ਸਾਡੀਆਂ ਅੱਖਾਂ ਹੀ ਇਹੋ ਜਿਹੀਆਂ ਹੁੰਦੀਆਂ ਨੇ, ਕੋਈ ਭਾਗਾਂ ਵਾਲਾ ਹੁੰਦਾ ਹੈ ਜਿਹੜਾ ਉਹ ਬਾਣੀ ਔਰ ਕੀਰਤਨ ਨਾਲ ਜੁੜਿਆ ਰਹਿੰਦਾ, ਇਮਾਰਤਾਂ ਵਾਲੇ ਪਾਸੇ ਨਹੀਂ ਜਾਂਦਾ, ਪਰ ਸਾਡੀਆਂ ਬਿਰਤੀਆਂ ਉੱਧਰ ਚਲੀਆਂ ਜਾਂਦੀਆਂ ਨੇ। ਇਸ ਤਰ੍ਹਾਂ ਬਾਬਾ ਜੀ ਨੇ ਸਾਨੂੰ ਸਮਝਾ ਕੇ ਸਾਨੂੰ ਇਮਾਰਤ ਨਹੀਂ ਸੁੰਦਰ ਬਣਾ ਉਸਾਰ ਦਿੱਤੀ, ਪਰ ਉਹਨੂੰ ਫਿਨਿਸ਼ਿੰਗ ਨਹੀਂ ਕਰਨ ਦਿੱਤੀ, ਪਰ ਕਹਿੰਦੇ 25 ਅਕਾਲ ਅਕੈਡਮੀਆਂ ਹੋਰ ਖੁਲਾ ਦਿੱਤੀਆਂ। ਕਹਿੰਦੇ ਕਿੰਨਾ ਨਾਮ ਸਿਮਰਨ ਹੋਏਗਾ, ਕਿੰਨਿਆਂ ਦਾ ਭਲਾ ਹੋਏਗਾ। ਸੋ ਉਸ ਤੋਂ ਗੱਲ ਤੋਂ ਅਸੀਂ ਸਮਝਦੇ ਹੋਏ ਦਾਸ ਜਦੋਂ ਜਾਂਦਾ ਸੀ ਆਪਣਾ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਅਸੀਂ ਦਰਸ਼ਨ ਕਰਦੇ ਹਾਂ ਸ਼ਹੀਦੀ ਦੀਵਾਰ ਦੇ, ਤਾਂ ਉੱਥੇ ਵਾਰਨਿਸ਼ ਲੱਗ ਕੇ ਇਹ ਇਮਾਰਤ ਉਹ ਇੱਕ ਕੰਧ ਸਾਨੂੰ ਦਿਸਦੀ ਸੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਮੁਗਲ ਟਾਈਮ ਦੇ ਵਿੱਚ ਚਿਣਿਆ ਗਿਆ ਸੀ, ਸ਼ਹੀਦ ਕੀਤਾ ਗਿਆ ਸੀ। ਸੋ ਉੱਥੋਂ ਕੁਛ ਸੋਝੀ ਆਈ ਜਦੋਂ ਮੈਂ ਆਪਣਾ ਹਰਿਮੰਦਰ ਸਾਹਿਬ ਦੀ ਛੱਤ 'ਤੇ ਜਾਂਦੇ ਹਾਂ। ਦੇਖੋ ਛੱਤ ਪਤਾ ਨਹੀਂ ਕਦੋਂ ਦੀ ਬਣੀ ਹੈ, ਗੁਰੂ ਸਾਹਿਬਾਨਾਂ ਦੇ ਟਾਈਮ ਦੀ। ਛੋਟੀ ਇੱਟ ਦੇ ਵਿੱਚ ਇਹ ਸੁਰਖੀ ਭਰੀ ਹੋਈ ਹੈ, ਜਿਹੜੀ ਸੁਰਖੀ ਅੱਜ ਆਪ ਜੀ ਨੂੰ ਇਸ ਇਮਾਰਤ 'ਤੇ ਦਿਖਾ ਰਹੇ ਹਾਂ। ਉੱਥੋਂ ਸਮਝ ਆਈ ਵੀ ਜਿਹੜੀ ਇਮਾਰਤ 450 ਸਾਲ ਦੀ ਹੋ ਗਈ ਹੈ, ਅਜੇ ਵੀ ਉਹਦੀ ਸੁਰਖੀ ਜਿਹੜੀ ਹੈ ਉਸ ਤਰ੍ਹਾਂ ਹੀ ਲਿਸ਼ਕ ਰਹੀ ਹੈ, ਔਰ ਉਸ ਤਰ੍ਹਾਂ ਹੀ ਉਹਦੀ ਛੱਤ ਦੀ ਜਿਹੜੀ ਇੱਟ ਛੋਟੀ ਲੱਗੀ ਹੋਈ ਹੈ ਉਹ ਸ਼ੋਭਨੀਕ ਹੈ। ਇਸ ਤਰ੍ਹਾਂ ਹੀ ਦਾਸ ਨੂੰ ਖਾਲਸਾ ਕਾਲਜ ਜਾਣ ਦਾ ਇਸ ਦੇਖਣ ਵਾਸਤੇ ਅਵਸਰ ਮਿਲਿਆ। ਜਦੋਂ ਖਾਲਸਾ ਕਾਲਜ ਦੀ ਮੈਂ ਹਿਸਟਰੀ ਵਿੱਚ ਕਢਵਾਈ ਵੀ ਕਦੋਂ ਬਣਿਆ ਸੀ, ਅਤੇ ਉਹਨੂੰ 110 ਸਾਲਾਂ ਤੋਂ ਉੱਪਰ ਹੋ ਚੁੱਕੇ ਸੀ, ਅਤੇ ਅੱਜ ਵੀ ਉਵੇਂ ਦਾ ਉਵੇਂ ਦਿਖ ਰਿਹਾ ਹੈ ਔਰ ਇੰਨਾ ਸੋਹਣਾ ਲੱਗ ਰਿਹਾ ਹੈ ਸਾਡੀ ਕਲਾ ਦੇ ਵਿੱਚ। ਸੋ ਉੱਥੋਂ ਆਪਣੇ ਆਪ ਨੂੰ ਇੱਧਰ ਸੋਚਿਆ ਵੀ ਗੁਰੂ ਘਰ ਦੀਆਂ ਇਮਾਰਤਾਂ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ। ਅਤੇ ਅਸੀਂ ਹੁਣ ਜਿੰਨੇ ਵੀ ਗੁਰੂ ਘਰ ਕਲਗੀਧਰ ਟਰਸਟ ਵੱਲੋਂ ਸੰਗਤ ਦੇ ਸਹਿਯੋਗ ਸਾਥ ਨਾਲ ਬਣਾ ਰਹੇ ਹਾਂ, ਸਾਰੇ ਹੀ ਇਸ ਤਰ੍ਹਾਂ ਦੇ ਬਣਾ ਰਹੇ ਹਾਂ ਤਾਂ ਕਿ ਮਾਇਆ ਵੀ ਬਚੇ, ਸਾਡੀ ਕਲਾ ਵੀ ਆਏ, ਅਤੇ ਅਸੀਂ ਸਾਡੀ ਬਿਰਤੀ ਜਿਹੜੀ ਹੈ ਉਹ ਬਾਣੀ ਨਾਲ ਜੁੜੇ, ਕੀਰਤਨ ਨਾਲ ਜੁੜੇ। ਅਸੀਂ ਉੱਧਰ ਜ਼ਿਆਦਾ ਧਿਆਨ ਦਿੰਦੇ ਹੋਏ ਅਸੀਂ ਇਸ ਤਰ੍ਹਾਂ ਸੁੰਦਰ ਆਪਣੇ ਪਾਸੋਂ ਸੁੰਦਰ ਇਮਾਰਤਾਂ ਬਣਾ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ, ਅਤੇ ਤਾਂ ਕਿ ਸਾਰੇ ਅਸੀਂ ਉਹਨਾਂ 'ਚ ਬੈਠ ਕੇ ਨਾਮ ਸਿਮਰਨ ਕਰ ਸਕੀਏ। ਪਰ ਜੇ ਕੋਈ ਮਾਰਬਲ ਜਾਂ ਸੋਨੇ ਕਰਕੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਦਾਸ ਉਸ ਨੂੰ ਮਾਫੀ ਚਾਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਥੋੜ੍ਹੀ ਜਿਹੀ ਗੱਲ ਕਹਿਣਾ ਚਾਹੁੰਦਾ ਸੀ, ਕਿਉਂਕਿ ਜਿਹੜਾ ਕੱਚਾ ਠੰਡਾ ਬੁਰਜ ਹੈ ਸਰਹੰਦ ਦਾ, ਉਹ ਦਾਸ ਨੇ ਕੱਚਾ ਦੇਖਿਆ, ਜਿਹੜਾ ਪੁਰਾਣਾ ਬੁਰਜ ਸੀ, ਅਤੇ ਚਮਕੌਰ ਦੀ ਗੜ੍ਹੀ ਦੋਨੇ ਮੈਂ ਉਹ ਵੇਖੇ ਹੋਏ ਨੇ ਬਹੁਤ ਸਾਲ ਪਹਿਲਾਂ ਜਦੋਂ ਉਹ ਉਵੇਂ ਜੁਕਰੇ ਤੇ। ਜੇਕਰ ਇਹ ਚਾਹੁੰਦੇ ਤਾਂ ਜਿਹੜਾ ਠੰਡਾ ਬੁਰਜ ਸੀ ਉਹਦੀ ਦੇਖੋ ਉਵੇਂ ਜੁਕਰੀ ਰੱਖੀ ਜਾ ਸਕਦੀ ਸੀ। ਹੁਣ ਵੀ ਉੱਚਾ ਕਰਕੇ ਬਣਾਇਆ ਉਹਨਾਂ ਨੇ, ਉਹ ਥੱਲੇ ਸੀਗਾ ਬਣਿਆ ਹੋਇਆ, ਉਹਦੇ ਉੱਤੇ ਬਣ ਸਕਦਾ ਸੀ। ਪਰ ਦੱਸੋ ਕੀ ਆਪਾਂ ਹੁਣ ਕਹਿ ਸਕਦੇ ਹਾਂ ਵੀ ਉੱਥੇ ਜਾ ਕੇ ਵੀ ਠੰਡਾ ਬੁਰਜ ਹੈ, ਪਰ ਠੀਕ ਹੈ ਦਿੱਖ ਨਹੀਂ ਹੈਗੀ, ਉਹ ਹੋ ਗਿਆ। ਇਵੇਂ ਜੁਕਰੀ ਦਾਸ ਪਾਕਿਸਤਾਨ 'ਚ ਜਾ ਕੇ ਆਇਆ, ਉੱਥੇ ਜਿਹੜੇ ਸਾਰੇ ਗੁਰੂ ਘਰ ਨੇ ਆਪਣੇ ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਸੱਚਾ ਸੌਦਾ, ਉਹ ਸਿਰਫ ਉੱਥੇ ਪੁਰਾਣੀ ਦਿੱਖ ਦੇ ਬਣੇ ਹੋਏ ਨੇ, ਉਵੇਂ ਜੁਕਰੀ ਉਵੇਂ ਜੁਕਰੀ ਨੇ, ਉਵੇਂ ਜੁਕਰੀ। ਜਿਹੜਾ ਗੁਰੂ ਘਰ ਉਹ ਬਹੁਤ ਉਹਦਾ ਛੋਟਾ ਗਾ ਆਕਾਰ। ਉੱਥੇ ਦਿੱਲੀ ਤੋਂ ਕਿਹੜਾ ਪਾਲਕੀ ਗਈ ਸੀ ਸੋਨੇ ਦੀ ਬਣ ਕੇ, ਉਹਨਾਂ ਨੇ ਪਾਲਕੀ ਅੰਦਰ ਨਹੀਂ ਵੜੀ ਉਹਦੇ, ਉਹਨਾਂ ਨੇ ਕਿਹਾ ਵੀ ਨਹੀਂ ਗੇਟ ਨਹੀਂ ਧੋਣਾ। ਉਹ ਪਾਲਕੀ ਜਿੱਥੇ ਆਪਣਾ ਜੰਡ ਸਾਹਿਬ ਉਹ ਹੈਗਾ ਨਾ, ਜਿਨ੍ਹਾਂ ਦੇ ਨਾਲ ਆਪਣੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ, ਉਹ ਉੱਥੇ ਰੱਖੀ ਪਈ ਆ ਨਨਕਾਣਾ ਸਾਹਿਬ ਦੀ ਬਾਹਰ, ਗੁਰਦੁਆਰੇ ਦੇ ਵਿੱਚ ਅੰਦਰ ਨਹੀਂ ਵੜਨ ਦਿੱਤੀ ਉਹਨੇ। ਹਾਂ, ਨੁਕਸਾਨ ਨਹੀਂ ਕੀਤਾ, ਪੁਰਾਤਨ ਦਿੱਖ ਦਾ ਨੁਕਸਾਨ ਨਹੀਂ ਕੀਤਾ, ਉਹ ਉਵੇਂ ਚੁੱਕਰੀ ਰੱਖੀ ਹੋਈ ਹੈ। ਹਾਂ, ਸੋਨੇ ਦਾ ਲਾਲਚ ਵੀ ਨਹੀਂ ਕੀਤਾ, ਪਰ ਉਹ ਬਾਹਰ ਪਈ ਆ।
ਜਿਵੇਂ ਆਪਾਂ ਇੱਥੇ ਕਹਿੰਦੇ ਗਰਾਊਂਡ 'ਚ ਪਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਤਾਂ ਬਹੁਤ ਮਹੱਤਵਪੂਰਨ ਗੱਲ ਕਹਿ ਦਿੱਤੀ ਔਰ ਅਸੀਂ ਇਸ ਮਹੱਤਵਪੂਰਨ ਗੱਲ ਦੇ ਮੁਦਈ ਹਾਂ। ਆਓ ਤੁਹਾਨੂੰ ਕੈਮਰੇ ਦੀ ਨਜ਼ਰ ਦੇ ਨਾਲ ਇਹ ਸਾਰੀ ਇਮਾਰਤ ਇੱਕ ਵਾਰੀ ਦਿਖਾਵਾਂਗੇ ਔਰ ਜਿਹੜਾ ਪਵਿੱਤਰ ਸਰੋਵਰ ਹੈ ਔਰ ਦਰਬਾਰ ਸਾਹਿਬ ਹੈ ਜਿਹੜਾ ਥੜਾ ਸਾਹਿਬ, ਉਸ ਦੇ ਵੀ ਦਰਸ਼ਨ ਤੁਹਾਨੂੰ ਕੈਮਰੇ ਦੀ ਨਜ਼ਰ ਦੇ ਨਾਲ ਜ਼ਰੂਰ ਕਰਾਵਾਂਗੇ, ਤਾਂ ਜੋ ਹਰ ਪਹਿਲੂ ਤੁਹਾਡੇ ਤੱਕ ਪਹੁੰਚੇ, ਕੋਈ ਵੀ ਪਹਿਲੂ ਅਦੇਖ ਨਾ ਰਹਿ ਜਾਵੇ, ਅਣਛੋਇਆ ਨਾ ਰਹਿ ਜਾਵੇ। ਪਰ ਬੜੀ ਮਹੱਤਵਪੂਰਨ ਗੱਲ ਸੀ ਕਿ ਪੁਰਾਤਨ ਦਿੱਖ ਨੂੰ ਸਾਂਭਣਾ, ਸਿੱਖ ਰਵਾਇਤ ਨੂੰ ਸਾਂਭਣਾ, ਮੁਗਲ ਰਵਾਇਤ ਨੂੰ ਸਾਂਭਣਾ ਸਾਡੀਆਂ ਰਵਾਇਤਾਂ ਨੇ। ਜੇਕਰ ਅਸੀਂ ਇਹਨਾਂ ਨੂੰ ਨਾ ਸਾਂਭਿਆ ਤਾਂ ਫਿਰ ਆਉਣ ਵਾਲੀਆਂ ਨਸਲਾਂ ਨੂੰ ਕੀ ਦੱਸਾਂਗੇ ਅਸੀਂ ਕਿ ਸਾਡੀ ਰਵਾਇਤ ਕੀ ਸੀ। ਪੱਥਰ ਤਾਂ ਸੋਨਾ ਤਾਂ ਜਿੰਨਾ ਮਰਜ਼ੀ ਜਦੋਂ ਮਰਜ਼ੀ ਲਾ ਲਵਾਂਗੇ। ਆਓ ਦਰਸ਼ਨ ਕਰਦੇ ਹਾਂ ਪਵਿੱਤਰ ਸਰੋਵਰ ਔਰ ਥੜਾ ਸਾਹਿਬ ਦਰਬਾਰ ਸਾਹਿਬ ਦੇ। ਦੇਖੋ ਸਾਧ ਸੰਗਤ ਜੀ, ਇਹ ਬੜਾ ਕਮਾਲ ਦਾ ਪੱਖਾ ਵੀ ਹੈ, ਜਿਵੇਂ ਬਾਬਾ ਜੀ ਨੇ ਦੱਸਿਆ, ਕਾਕਾ ਵੀਰ ਜੀ ਨੇ, ਕਿ ਇਹ ਠੰਡ ਲੱਗਣ ਲਾਉਣ ਦਾ ਪੱਖਾ ਔਰ 2 ਲੱਖ ਰੁਪਏ ਦੀ ਇਸ ਦੀ ਕੀਮਤ ਹੈ। ਪਰ ਜੇਕਰ ਬਾਕੀ ਪੱਖੇ ਲੱਗਦੇ ਤਾਂ ਇੱਕ ਤਾਂ ਛੱਤ ਦੀ ਦਿੱਖ ਖਰਾਬ ਹੁੰਦੀ ਔਰ ਕੀਮਤ ਇਸ ਤੋਂ ਜ਼ਿਆਦਾ ਪੈ ਜਾਂਦੀ। ਔਰ ਦੂਜੀ ਗੱਲ, ਜਦੋਂ ਪੁਰਾਤਨ ਵਿਰਾਸਤ ਨੂੰ ਸਾਂਭਣ ਦੀ ਗੱਲ ਆਉਂਦੀ ਹੈ, ਜਦੋਂ ਪੁਰਾਤਨ ਸਾਡੀ ਦਿੱਖ ਨੂੰ ਸਾਂਭਣ ਦੀ ਗੱਲ ਆਉਂਦੀ ਹੈ, ਤਾਂ ਬਖੂਬੀ ਤੁਸੀਂ ਕਿਆ ਆਰਕੀਟੈਕਟ ਹੈ ਔਰ ਕਿਆ ਨਮੂਨੇ ਦਾ ਜਿਹੜਾ ਇਹ ਦਰਬਾਰ ਹਾਲ ਹੈ, ਜਿਹੜਾ ਬਣਾਇਆ ਜਾ ਰਿਹਾ ਦੀਵਾਨ ਹਾਲ, ਇਸ ਦੀਵਾਨ ਹਾਲ ਦੇ ਆਰਕੀਟੈਕਟ ਦੇ ਹਿਸਾਬ ਦੇ ਨਾਲ ਇਸ ਨੂੰ ਬਹੁਤ ਸੋਹਣਾ ਬਣਾਇਆ ਗਿਆ। ਉਹ ਤੁਹਾਨੂੰ ਇੱਕ ਵਾਰੀ ਜਿਹੜੀ ਸੀਮੈਂਟ ਦੇ ਉੱਪਰ ਵੈਸੇ ਜਿਹੜੀ ਚਨਾਈ ਹੈ ਸੀਮੈਂਟ ਦੀ ਹੈ, ਪਰ ਪੁਰਾਤਨ ਦਿੱਖ ਨੂੰ ਦੇਣ ਦੇ ਲਈ ਵਾਰਨਿਸ਼ ਕੀਤੀ ਗਈ ਹੈ ਇੱਟਾਂ ਨੂੰ, ਔਰ ਉੱਪਰ ਚੂਨਾ ਜਿਹੜਾ ਹੈ ਉਹ ਚੂਨੇ ਦੀ ਕੋਟਿੰਗ ਕੀਤੀ ਗਈ ਹੈ, ਤਾਂ ਜੋ ਪੁਰਾਤਨ ਦਿੱਖ ਬਰਕਰਾਰ ਰਹੇ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਔਰ ਨਸਲਾਂ ਨੇ ਉਹ ਸਿੱਧਤ ਹੋਣ ਕਿ ਸਾਡੀਆਂ ਇਮਾਰਤਾਂ, ਸਾਡੇ ਬਜ਼ੁਰਗ ਕਿਸ ਤਰੀਕੇ ਦੀ ਨਿਰਮਾਣ ਕਲਾ ਸੀ ਜਿਹੜੀ, ਜਾਂ ਸ਼ਿਲਪ ਕਲਾ ਸੀ, ਉਸ ਸ਼ਿਲਪ ਕਲਾ ਨੂੰ ਕਿਵੇਂ ਸੰਜੋ ਕੇ ਵਿਰਾਸਤ ਨਾਲ ਰੱਖਦੇ ਸਨ। ਔਰ ਇਹ ਖੇਤ ਨੇ ਜਿਹੜੇ, ਇਹ ਜ਼ਮੀਨ ਜਿਹੜੀ ਹੈ ਸੰਤ ਬਾਬਾ ਅਤਰ ਸਿੰਘ ਜੀ ਹੋਰਾਂ ਦੀ ਆਪਣੀ ਜੱਦੀ ਜ਼ਮੀਨ, ਉਹਨਾਂ ਦੇ ਜੱਦੀ ਖੇਤ ਸਨ ਇਹ, ਪਰ ਹੁਣ ਇਹ ਕੌਮ ਦੇ ਨਾਮ ਲੱਗ ਚੁੱਕੇ ਹੈ, ਕੌਮ ਦੇ ਲੇਖੇ ਲੱਗ ਚੁੱਕੀ ਹੈ। ਇੱਥੇ ਹੀ ਬੈਠ ਕੇ ਉਹ 40 ਦਿਨ ਉਹਨਾਂ ਨੇ ਭਗਤੀ ਕੀਤੀ ਆਪਣੇ ਖੇਤਾਂ ਦੇ ਵਿੱਚ ਬੈਠ ਕੇ, ਕਿਉਂਕਿ ਉਹ ਸੰਤ ਬਣ ਚੁੱਕੇ ਸਨ ਤੇ ਘਰ ਦੇ ਵਿੱਚ ਜਾ ਕੇ ਟਿਕਾਣਾ ਨਹੀਂ ਕਰਦੇ ਸੀ। ਇਹ ਸਰੋਵਰ ਹੈ ਔਰ ਥੜਾ ਸਾਹਿਬ ਸਰੋਵਰ ਦੇ ਵਿੱਚ ਸੁਸ਼ੋਭਿਤ ਹੈ, ਅੰਦਰ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ। ਇਹ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਖੂਬਸੂਰਤ ਜਿਹੜਾ ਨਿਰਮਾਣ ਕਾਰਜ ਹੋ ਨਿਬੜੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਕਰੋ ਜੀ ਦਰਸ਼ਨ ਇਸ ਪਵਿੱਤਰ ਸਰੋਵਰ ਔਰ ਥੜਾ ਸਾਹਿਬ ਦੇ। ਚੀਮਾ ਸਾਹਿਬ ਜਨਮ ਸਥਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ। ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਪਤਾ ਹੈ ਕਿ ਜਿਹੜੇ ਮਿਸ਼ਨ ਨੇ, ਜਿਹੜੇ ਕਾਰਜ ਨੇ, ਉਹ ਬਹੁਤ ਜਜ਼ਬੇ ਨਾਲ ਨਿਭਾਏ ਜਾਂਦੇ ਨੇ। ਕਲਗੀਧਰ ਟਰੱਸਟ ਬੜੂ ਸਾਹਿਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਮੈਂ ਵਾਰ-ਵਾਰ ਕਹਿੰਦਾ ਕਿ ਇਹ ਸਿਰਫ ਸਿੱਖਿਆ ਦਾ ਫੈਲਾਅ ਨਹੀਂ ਕਰ ਰਿਹਾ, ਸਿੱਖਿਆ ਦੇ ਫੈਲਾਅ ਦੇ ਨਾਲ ਨਾਲ ਇੱਕ ਉਹ ਚਾਨਣ ਮਨਾਰਾ ਬਣ ਕੇ ਉੱਭਰ ਰਿਹਾ ਹੈ, ਜਿੱਥੋਂ ਦੀਆਂ ਕਿਰਨਾਂ, ਜਿੱਥੋਂ ਦੀਆਂ ਰੌਸ਼ਨੀਆਂ ਉਹਨਾਂ ਘਰਾਂ ਨੂੰ ਰੋਸ਼ਨਾਉਂਦੀਆਂ ਨੇ ਜਿੱਥੇ ਕਿਤੇ ਥੋੜ੍ਹੀ ਬਹੁਤ ਹਨੇਰੇ ਦੀ ਛਾਂ ਪਈ ਹੋਈ ਹੈ। ਸੋ ਜਦੋਂ ਅਸੀਂ ਟਰੱਸਟ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਇਸ ਤਰੀਕੇ ਦੇ ਕਈ ਕਾਰਜ ਆਰੰਭੇ, ਕਈ ਇਸ ਤਰ੍ਹਾਂ ਦੇ ਕਾਰਜ ਉਲੀਕੇ, ਜਿਨ੍ਹਾਂ ਕਾਰਜਾਂ ਦਾ ਸਿੱਧੇ ਤੌਰ 'ਤੇ ਅਸਰ ਸੋਸਾਇਟੀ ਨੂੰ, ਸਮਾਜ ਨੂੰ ਬਚਾਉਣ ਦੇ ਵਿੱਚ ਲੱਗਿਆ ਹੁੰਦਾ ਹੈ। ਇੱਕ ਬੜਾ ਰੌਲਾ ਪੈਂਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ 6ਵਾਂ ਦਰਿਆ ਵਗਦਾ ਹੈ। ਬਹੁਤ ਹੱਦ ਤੱਕ ਇਹ ਗੱਲ ਸੱਚ ਵੀ ਆ, ਕਿਉਂਕਿ ਪਿਛਲੇ ਕੁਝ ਸਮਿਆਂ ਤੋਂ, ਕੁਝ ਸਾਲਾਂ ਤੋਂ ਸਰਕਾਰਾਂ ਦੀਆਂ ਕੁਝ ਗਲਤ ਨੀਤੀਆਂ ਕਰਕੇ, ਸਮਾਜ ਦੇ ਵਿੱਚ ਆਈਆਂ ਕੁਰੀਤੀਆਂ ਕਰਕੇ, ਸਾਡੇ ਅੰਦਰਲੇ ਵਿਕਾਰਾਂ ਕਰਕੇ ਬਕਾਇਦਾ ਤੌਰ ਦੇ ਉੱਤੇ ਪੰਜਾਬ ਦੇ ਵਿੱਚ, ਪੰਜਾਬ ਦੀ ਧਰਤੀ ਦੇ ਉੱਤੇ ਨਸ਼ਿਆਂ ਦਾ ਪ੍ਰਵਾਹ ਹੋਇਆ। ਉਹ ਧਰਤੀ ਜਿਹੜੀ ਗੁਰੂਆਂ, ਪੀਰਾਂ, ਪੈਗੰਬਰਾਂ, ਸੂਫੀਆਂ, ਸ਼ੂਰਵੀਰਾਂ ਦੀ ਧਰਤੀ। ਪਰ ਜਿੱਦਾਂ ਹੁਣ ਜਦੋਂ ਆਪਾਂ ਕਲਗੀਧਰ ਟਰੱਸਟ ਦੀ ਗੱਲ ਕਰਦੇ ਹਾਂ ਤਾਂ ਕਲਗੀਧਰ ਟਰੱਸਟ ਨੇ ਬੀੜਾ ਚੁੱਕਿਆ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਪ੍ਰਵਾਹ ਨੂੰ ਵੀ ਠੱਲ ਪਾਉਣ ਦਾ ਯਤਨ ਕੀਤਾ ਜਾਵੇ। ਉਸ ਯਤਨ ਦਾ ਜਿਹੜਾ ਪਹਿਲਾ ਪੜਾਅ ਉਹ ਬੜੂ ਸਾਹਿਬ ਦੀ ਧਰਤੀ ਦੇ ਉੱਤੇ, ਉੱਥੇ ਇੱਕ ਡੀ ਐਡਿਕਸ਼ਨ ਸੈਂਟਰ, ਨਸ਼ਾ ਮੁਕਤੀ ਕੇਂਦਰ ਬਣਾਇਆ ਗਿਆ, ਜਿਸ ਦੀ ਵੀਡੀਓ ਆਪਾਂ ਤੁਹਾਡੇ ਨਾਲ ਪਹਿਲਾਂ ਸਾਂਝੀ ਕੀਤੀ ਸੀ। ਔਰ ਉੱਥੇ ਜਿਹੜੇ ਸੱਜਣ ਉਸ ਵਕਤ ਸਨ, ਜਿਹੜੇ ਮੌਜੂਦ ਸਨ, ਜਿਹੜੇ ਪੀੜਤ ਸਨ, ਉਹਨਾਂ ਨੇ ਬੜੇ ਵਿਸਥਾਰ ਪੂਰਵਕ ਆਪਣੀ ਗਾਥਾ ਦੱਸੀ। ਉਹ ਬੜੇ ਮਾਰਮਿਕ ਗਾਥਾ ਸੀ ਉਹਨਾਂ ਸਾਰੇ ਸੱਜਣਾਂ ਦੀ। ਬੜੇ ਕੜੀ ਵਰਗੇ ਨੌਜਵਾਨ ਸੀ ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਉਹ ਇਸ ਦਲਦਲ ਦੇ ਵਿੱਚ ਫਸੇ। ਉਸ ਤੋਂ ਅਗਲੀ ਕੜੀ ਦੇ ਵਿੱਚ ਆਪਾਂ ਜ਼ਿਕਰ ਕੀਤਾ ਚੀਮਾ ਸਾਹਿਬ ਦੀ ਧਰਤੀ ਦੇ ਉੱਤੇ ਚੱਲ ਰਹੇ ਪੰਜਾਬ ਦੇ ਡੀ ਐਡਿਕਸ਼ਨ ਸੈਂਟਰ, ਜਿਹੜਾ ਕਲਗੀਧਰ ਟਰੱਸਟ ਵੱਲੋਂ ਚਲਾਇਆ ਜਾਂਦਾ ਹੈ। ਉੱਥੇ ਵੀ ਉੱਥੋਂ ਦੇ ਨੌਜਵਾਨਾਂ ਨੇ ਸਾਨੂੰ ਇਸ ਤਰੀਕੇ ਨਾਲ ਸਾਡੇ ਲੂੰ ਕੰਡੇ ਖੜੇ ਕਰ ਦਿੱਤੇ, ਰੌਂਗਟੇ ਖੜੇ ਕਰ ਦਿੱਤੇ ਜਦੋਂ ਉਹਨਾਂ ਦੀਆਂ ਕਹਾਣੀਆਂ ਸੁਣੀਆਂ। ਇੱਕ ਨੇ ਦੱਸਿਆ ਕਿ ਉਹ
5ਵੀਂ ਕਲਾਸ ਦੇ ਵਿੱਚ ਨਸ਼ੇ ਦਾ ਆਦੀ ਹੋ ਗਿਆ ਸੀ, ਉਹ ਵੀ ਹੈਰੋਇਨ ਵਰਗਾ ਨਸ਼ਾ। ਇੱਕ ਨੇ ਦੱਸਿਆ ਕਿ 50 ਲੱਖ ਰੁਪਈਆ ਉਸ ਵਿਅਕਤੀ ਨੇ ਨਸ਼ੇ ਦੇ ਉੱਤੇ 10-12 ਸਾਲਾਂ ਦੇ ਵਿੱਚ ਬਰਬਾਦ ਕਰ ਦਿੱਤਾ। ਉਮਰ ਕਿੰਨੀ? ਸਿਰਫ 30 ਸਾਲ। ਇੱਕ ਦੀ ਬੇਟੀ ਸਿਰਫ 1.5 ਸਾਲ ਦੀ ਹੈ ਤੇ ਹੁਣ ਉਸਨੇ ਅਹਿਦ ਕੀਤਾ ਕਿ ਜੇ ਹੁਣ ਪਿੱਛੇ ਨਾ ਮੁੜਿਆ ਗਿਆ ਤਾਂ ਇਸ ਤੋਂ ਬਾਅਦ ਫਿਰ ਕੁਝ ਨਹੀਂ। ਸੋ ਇਹ ਦਰਦ ਭਰੀਆਂ ਕਹਾਣੀਆਂ ਪੰਜਾਬ ਦੀਆਂ ਨੇ, ਜਿਹੜਾ ਚੀਮਾ ਸਾਹਿਬ ਦੀ ਧਰਤੀ ਦੇ ਉੱਤੇ ਡੀ ਐਡਿਕਸ਼ਨ ਸੈਂਟਰ ਚੱਲ ਰਿਹਾ। ਬੜੂ ਸਾਹਿਬ ਦੇ ਜਿਹੜੇ ਡੀ ਐਡਿਕਸ਼ਨ ਸੈਂਟਰ ਚੱਲ ਰਿਹਾ, ਉਸ ਦੀ ਅਗਵਾਈ, ਉਸ ਦੀ ਰਹਿਨੁਮਾਈ, ਉਸ ਦੀ ਦੇਖ ਰੇਖ, ਉੱਥੇ ਦੇ ਮੋਟੀਵੇਸ਼ਨਲ ਜਿਹੜੇ ਸਪੀਕਰ ਔਰ ਡਾਕਟਰ ਨੇ, ਡਾਕਟਰ ਕਰਨਲ ਰਜਿੰਦਰ ਸਿੰਘ ਜੀ ਉਦੋਂ ਵੀ ਸਾਡੇ ਨਾਲ ਸਨ। ਅੱਜ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਰੋਡ ਤੋਂ ਚੰਡੀਗੜ੍ਹ ਨੂੰ ਜਿਹੜੀ ਸੜਕ ਜਾਂਦੀ ਆ, ਉਸ ਤੋਂ ਸਿਰਫ 1 ਕਿਲੋਮੀਟਰ ਹਟਵਾਂ ਗੁਰਦੁਆਰਾ ਥੇ ਸਾਹਿਬ ਜਿਹੜਾ ਹੈ, ਜਿੱਥੇ ਪਹਿਲੀ ਪਾਤਸ਼ਾਹੀ ਨੇ ਆ ਕੇ ਵਿਸ਼ਰਾਮ ਕੀਤਾ ਸੀ। ਇਸ ਤੋਂ ਬਿਲਕੁਲ ਥੋੜ੍ਹੀ ਦੂਰ ਦੂਸਰੇ ਸੜਕ ਦੇ ਦੂਸਰੇ ਪਾਸੇ ਇੱਕ ਹੋਰ ਗੁਰੂ ਘਰ ਹੈ, ਸਿਰਫ ਮਤਲਬ ਅੱਧਾ ਕਿਲੋਮੀਟਰ ਦੀ ਵਾਹੀ ਤੇ। ਉਸ ਗੁਰੂ ਘਰ ਦੇ ਵਿੱਚ 3 ਪਾਤਸ਼ਾਹੀਆਂ ਨੇ ਆ ਕੇ ਚਰਨ ਪਾਏ ਨੇ। ਇਹ ਉਹ ਪਵਿੱਤਰ ਧਰਤੀ, ਪਰ ਇਸ ਪਵਿੱਤਰ ਧਰਤੀ ਦੇ ਉੱਤੇ ਵੀ, ਕਿਉਂਕਿ ਇਹ ਚੰਡੀਗੜ੍ਹ ਦੇ ਨੇੜੇ ਪੈ ਗਿਆ, ਚੰਡੀਗੜ੍ਹ ਦੇ ਨੇੜੇ ਪਿਆ, ਇਤਿਹਾਸਕ ਪਿਛੋਕੜ ਦੱਸਦਾ। ਪਿਛਲੇ 2002-3 ਤੋਂ ਜਿੱਥੇ ਇੱਥੇ ਕੰਮ ਸ਼ੁਰੂ ਹੋਇਆ, ਜ਼ਮੀਨਾਂ ਮਹਿੰਗੀਆਂ ਹੋਈਆਂ, ਲੋਕਾਂ ਦੇ ਵਿੱਚ ਵਕਾਰ ਆਏ, ਵਿਗਾੜ ਆਏ, ਪੈਸਾ ਇੱਕੋ ਦਮ ਆਇਆ। ਉਸ ਪੈਸੇ ਨੇ ਉਹਨਾਂ ਦੀਆਂ ਪ੍ਰਵਿਰਤੀਆਂ ਵੀ ਬਦਲਾਅ ਕੀਤੀਆਂ। ਸੋ ਹੁਣ ਕਲਗੀਧਰ ਟਰੱਸਟ ਇੱਕ ਕੋਸ਼ਿਸ਼ ਕਰ ਰਿਹਾ ਕਿ ਕਲਗੀਧਰ ਟਰੱਸਟ ਦੀ ਇੱਥੇ ਜ਼ਮੀਨ ਪਈ ਹੈ, ਇਸ ਜ਼ਮੀਨ ਦੇ ਉੱਤੇ ਇੱਕ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਸ ਇਲਾਕੇ ਨੂੰ ਵੀ ਬਚਾਉਣ ਦੀ ਲੋੜ ਹੈ, ਜਿੱਥੇ ਸਾਰੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਬੇਸ਼ੱਕ ਇਹ ਚੰਡੀਗੜ੍ਹ ਦੇ ਨਾਲ ਲੱਗਦਾ, ਮਾਡਰਨ ਕਿਹਾ ਜਾਂਦਾ ਆਪਣੇ ਆਪ ਨੂੰ, ਕਹਾਉਂਦਾ ਇਹ ਇਲਾਕਾ ਆਪਣੇ ਆਪ ਨੂੰ, ਪਰ ਇਸ ਨੂੰ ਵੀ ਬਚਾਉਣ ਦੀ ਲੋੜ ਹੈ, ਕਿਉਂਕਿ ਨਸ਼ਿਆਂ ਦਾ ਪ੍ਰਵਾਹ ਇੱਥੇ ਵੀ ਹੈ। ਸੋ ਇਸ ਜ਼ਮੀਨ ਦੇ ਉੱਤੇ ਬੜੀ ਜਲਦੀ ਇੱਕ ਡੀ ਐਡਿਕਸ਼ਨ ਸੈਂਟਰ ਜਿਹੜਾ ਪੰਜਾਬ ਦੀ ਅਗਲੀ ਕੜੀ ਦੇ ਰੂਪ ਦੇ ਵਿੱਚ ਜੁੜੇਗਾ, ਚੀਮਾ ਸਾਹਿਬ ਤੋਂ ਬਾਅਦ ਇੱਥੇ ਬਣਾਉਣ ਦਾ ਇੱਕ ਯਤਨ ਜਿਹੜਾ ਹੈ ਉਹ ਹੁਣ ਸ਼ੁਰੂ ਕੀਤਾ ਜਾਏਗਾ। ਡਾਕਟਰ ਕਰਨਲ ਰਜਿੰਦਰ ਸਿੰਘ ਸਾਡੇ ਨਾਲ ਨੇ, ਆਓ ਸਾਰੀ ਜਾਣਕਾਰੀ ਲੈਂਦੇ ਹਾਂ ਕਿ ਕਿਉਂ ਲੋੜ ਮਹਿਸੂਸ ਹੋ ਰਹੀ ਹੈ ਔਰ ਕਿਵੇਂ ਇਹ ਵਰਕਿੰਗ ਹੋਏਗਾ, ਕਦੋਂ ਤੱਕ ਅਸੀਂ ਇਸ ਦੀ ਪਲੈਨਿੰਗ ਕਰ ਰਹੇ ਹਾਂ। ਡਾਕਟਰ ਸਾਹਿਬ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਕਦੋਂ ਆਪਾਂ ਇਸ ਸੈਂਟਰ ਦੀ ਸ਼ੁਰੂਆਤ ਕਰ ਰਹੇ ਹਾਂ? ਕਿਉਂਕਿ ਆਪਾਂ ਟੀਵੀ ਦੇ ਉੱਤੇ ਕਈ ਵਾਰੀ ਗੱਲ ਕੀਤੀ, ਜਸ ਟੀਵੀ ਦੇ ਉੱਤੇ ਵੀ ਗੱਲ ਕੀਤੀ, ਤੁਸੀਂ ਉਦੋਂ ਜ਼ਿਕਰ ਕੀਤਾ ਕਿ ਸਾਡੇ ਕੋਲ ਲੈਂਡ ਪਈ ਹੈ, ਇੱਥੇ ਜ਼ਮੀਨ ਪਈ ਹੈ, ਔਰ ਬੜੀ ਜਲਦੀ ਉਸ ਜ਼ਮੀਨ ਦੇ ਉੱਤੇ ਆਪਾਂ ਇੱਕ ਉਹ ਹਸਪਤਾਲ ਬਣਾਵਾਂਗੇ ਜਿਸ ਦੇ ਨਾਲ ਅਸੀਂ ਪੰਜਾਬ ਨੂੰ ਬਚਾਉਣ ਵੱਲ ਇੱਕ ਹੋਰ ਕਦਮ ਵਧਾਉਣ ਦਾ ਯਤਨ ਕਰਾਂਗੇ। ਬਿਲਕੁਲ ਬਿਲਕੁਲ। ਅਸੀਂ ਸਾਡੇ ਕੋਲ ਪਹਿਲੇ 2 ਸੈਂਟਰ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ, ਸਾਡੇ ਕੋਲ ਪਹਿਲੇ 2 ਸੈਂਟਰ ਸੀ। ਸਭ ਤੋਂ ਪਹਿਲੇ ਸੈਂਟਰ ਚੀਮਾ ਸਾਹਿਬ 'ਚ ਅਸੀਂ ਇਸਟੈਬਲਿਸ਼ ਕੀਤਾ, ਉਹ 2004 'ਚ ਹੋਇਆ, ਅੱਜ ਤੋਂ 18 ਸਾਲ ਪਹਿਲੇ। ਤੇ ਦੂਸਰਾ ਸੈਂਟਰ ਜਿਹੜਾ ਸੀ ਉਹ ਹਿਮਾਚਲ ਵਿੱਚ ਬੜੂ ਸਾਹਿਬ 'ਚ। ਤੇ ਇਹਨਾਂ ਦੋਵਾਂ ਸੈਂਟਰਾਂ ਦੇ ਵਿੱਚ ਸਾਡੇ ਇਹ ਬੜੇ ਯੂਨੀਕ ਸੈਂਟਰ ਨੇ। ਇਹ ਸਭ ਤੋਂ ਵੱਡਾ ਸੈਂਟਰ ਚੀਮਾ ਸਾਹਿਬ ਰੂਰਲ ਏਰੀਆ ਦੇ ਵਿੱਚ ਲੋਕੇਟਡ ਹੈ, ਔਰ ਉਹ ਸਾਡੇ ਕੋਲ 30 ਬੈੱਡਸ ਹੈ। ਤੇ ਇੱਥੇ ਸਾਡੇ ਕੋਲ ਬੜੂ ਸਾਹਿਬ 50 ਬੈੱਡ ਹਸਪੀਟਲ ਹੈ। ਔਰ ਦੋਵਾਂ ਦੀ ਡਿਸਟਿੰਕਸ਼ਨ ਇਹ ਹੈ ਕਿ ਬੜੂ ਸਾਹਿਬ ਵਿੱਚ ਅਸੀਂ ਲੇਡੀਜ਼ ਨੂੰ ਵੀ ਦਾਖਲ ਕਰਦੇ ਹਾਂ, ਔਰ ਕਈ ਪਰਿਵਾਰ ਜਿਨ੍ਹਾਂ ਦੀਆਂ ਜਵਾਨ ਬੱਚੀਆਂ ਇਸ ਮਤਲਬ ਜੰਗਲ 'ਚ ਫਸ ਗਈਆਂ, ਉਹ ਇੱਥੇ ਦਾਖਲ ਹੋਈਆਂ। ਤੇ ਉਹ ਉੱਥੇ ਸਿਰਫ ਹਿਮਾਚਲ ਵਿੱਚ ਸਿਰਫ ਸਾਡਾ ਹੀ ਸੈਂਟਰ ਹੈ ਜਿੱਥੇ ਇਹ ਫੈਸਿਲਿਟੀ ਉਪਲਬਧ ਹੈ। ਹੁਣ ਕੁਛ ਕਾਰਨਾਂ ਕਰਕੇ ਸਾਡੇ ਕਿਉਂਕਿ ਇੱਕ ਤਾਂ ਪੇਸ਼ੈਂਟ ਬੜੇ ਵੱਧ ਗਏ ਚੀਮਾ ਵਿੱਚ, ਔਰ ਚੀਮਾ ਦੀ ਬਿਲਡਿੰਗ ਜਿਹੜੀ ਹੈ ਚੀਮਾ ਸਾਹਿਬ ਦੀ, ਉਹ ਜ਼ਰਾ ਪੁਰਾਣੀ ਬਣੀ ਹੋਈ ਹੈ ਜੀ। ਬਾਲਿਆਂ ਦੀ ਬਿਲਡਿੰਗ ਹੈ ਜਿਹੜੀ ਕਿ ਉਹ ਬਹੁਤ ਪੁਰਾਣੀ ਹੋ ਗਈ, ਔਰ ਹੈ ਵੀ ਟੋਬੇ 'ਤੇ ਸੀ। ਤੇ ਉਹਦੇ 'ਚ ਬੜੀਆਂ ਤੇੜਾਂ ਪੈ ਗਈਆਂ, ਤੇ ਸਾਨੂੰ ਇਹ ਜ਼ਰੂਰਤ ਮਹਿਸੂਸ ਹੋਈ ਕਿ ਅਸੀਂ ਇੱਕ ਹੋਰ ਸੈਂਟਰ ਇੱਥੇ ਸ਼ੁਰੂ ਕਰੀਏ ਪੰਜਾਬ ਦੇ ਵਿੱਚ। ਤੇ ਇਸ ਕਰਕੇ ਇਹ ਜ਼ਮੀਨ ਲਈ, ਜਿਹੜੀ ਕਿ 3 ਏਕੜ ਤਕਰੀਬਨ ਜ਼ਮੀਨ ਹੈ ਸਾਡੇ ਕੋਲ, ਔਰ ਇੱਥੇ ਜਿਹੜਾ ਅਸੀਂ ਸੈਂਟਰ ਬਣਾ ਰਹੇ ਹਾਂ ਉਹ ਇਸ ਕਰਕੇ ਜਗ੍ਹਾ ਇੱਥੇ ਚੁਣੀ ਗਈ ਹੈ ਕਿਉਂਕਿ ਇਹ ਇੱਕ ਤਾਂ ਏਅਰਫੀਲਡ ਦੇ ਲਾਗੇ ਸਾਡੇ ਕੋਲ ਨਾ ਕਾਫੀ ਜ਼ਿਆਦਾ ਬਾਹਰੋਂ ਵੀ ਮਰੀਜ਼ ਆਉਂਦੇ ਨੇ, ਜਿਸ ਤਰ੍ਹਾਂ ਇੰਗਲੈਂਡ 'ਚੋਂ। ਉਦੋਂ ਵੀ ਮੈਂ ਜਦੋਂ ਗਿਆ ਸੀ ਉਦੋਂ ਇੰਗਲੈਂਡ ਦਾ ਸੱਜਣਾ ਹੈ, ਹੁਣ ਵੀ ਇੰਗਲੈਂਡ 'ਚ ਵਾਲਾ, ਹਾਂ ਬੇਸ਼ੱਕ, ਕੈਨੇਡਾ, USA, ਆਸਟ੍ਰੇਲੀਆ ਤੇ ਇੰਗਲੈਂਡ, ਤੇ ਇਹਨਾਂ 'ਚੋਂ ਹੋਰ ਕਈ ਕੰਟਰੀਆਂ 'ਚੋਂ ਵੀ ਆਉਂਦੇ ਨੇ। ਤੇ ਉਹਨਾਂ ਵਾਸਤੇ ਬੜੂ ਸਾਹਿਬ ਜਾਂ ਚੀਮੇ ਜਾਣਾ ਥੋੜ੍ਹਾ ਮੁਸ਼ਕਲ ਲੱਗਦਾ ਸੀ, ਉਹ ਖੁਦ ਹੀ ਕਹਿੰਦੇ ਸੀ। ਤੇ ਇਹ ਇੱਕ ਤਾਂ ਇਹ ਜਗ੍ਹਾ ਜਿਹੜੀ ਹੈ ਇੱਕ ਤਾਂ ਚੰਡੀਗੜ੍ਹ ਦੇ ਲਾਗੇ ਹੈ ਔਰ ਏਅਰਫੀਲਡ ਦੇ ਲਾਗੇ ਹੈ। ਤੋ ਇਹ ਸਾਰੀਆਂ ਫੈਸਿਲਿਟੀਆਂ ਦੇਖ ਕੇ ਫਿਰ ਇੱਥੇ ਅਸੀਂ ਤੈਅ ਕੀਤਾ ਕਿ ਇੱਥੇ ਸੈਂਟਰ ਖੋਲ੍ਹਿਆ ਜਾਏ। ਔਰ ਇਹ ਹੁਣ ਸੈਂਟਰ ਜਲਦੀ ਸ਼ੁਰੂ ਕਰਨਾ ਹੈ। ਇਹ CLQ ਇਹਦਾ ਚੇਂਜ ਆਫ ਲੈਂਡ ਯੂਜ਼ ਜਿਹੜੀ ਹੁੰਦੀ ਆ ਉਹ ਹੋ ਜਾਣੀ ਆ ਥੋੜ੍ਹੀ ਦੇਰ ਤੱਕ। ਤੇ ਇਹ ਸੈਂਟਰ
ਜ਼ਰੂਰ ਜਲਦੀ ਸ਼ੁਰੂ ਹੋਏਗਾ। ਡਾਕਟਰ ਸਾਹਿਬ, ਕੋਈ ਸ਼ਰਤ ਨਾ ਡਾਕਟਰ ਸਾਹਿਬ ਪਏ। ਹਾਂਜੀ। ਜ਼ਰੂਰਤ ਕਿੰਨੀ ਹੈ? ਮੈਂ ਮਤਲਬ ਜਿਵੇਂ ਤੁਸੀਂ ਦੱਸਿਆ ਕਿ ਚਲੋ ਪੰਜਾਬ ਦੇ ਤਾਂ ਪੇਸ਼ੈਂਟ ਹੈ, ਮੰਨ ਲਓ ਤੁਸੀਂ ਦੱਸਿਆ ਕਿ ਇੰਟਰਨੈਸ਼ਨਲ ਪੇਸ਼ੈਂਟ ਵੀ ਸਾਡੇ ਕੋਲੇ ਆ ਰਹੇ ਨੇ, ਮਤਲਬ ਜਿੱਥੇ ਜਿੱਥੇ ਪੰਜਾਬੀ ਗਏ ਕਿਤੇ ਕਿਤੇ ਵਕਾਰ ਵੀ ਨਾਲ ਚਲਿਆ ਗਿਆ। ਠੀਕ, ਇਹ ਜ਼ਰੂਰਤ ਕਿੰਨੀ ਹੈ ਇਸ ਵਕਤ ਪੰਜਾਬ ਨੂੰ ਬਚਾਉਣ ਦੀ? ਦੇਖੋ, ਪੰਜਾਬ ਸਿਰਫ ਪੰਜਾਬ 'ਚ ਹੀ ਨਹੀਂ ਨਸ਼ਾ ਹੈਗਾ, ਇਹ ਨਸ਼ਾ ਇੱਕ ਹੈ ਗਲੋਬਲ ਫਿਨਾਮਨਾ, ਇਹ ਵਿਸ਼ਵ ਮਤਲਬ ਵਿਸ਼ਾ ਹੈ, ਸਾਰੀ ਦੁਨੀਆ ਵਿੱਚ ਹੀ ਹੈ। ਪੰਜਾਬ ਦਾ ਨਸ਼ਾ ਜੇ ਤੁਸੀਂ ਕਹਿੰਦੇ ਹੋ ਜ਼ਿਆਦਾ ਹੈ, ਜ਼ਿਆਦਾ ਇੰਨਾ ਨਹੀਂ ਹੈ, ਲੇਕਿਨ ਜਿੰਨਾ ਇਹਦਾ ਬਦਨਾਮ ਹੋ ਗਿਆ। ਇੱਕ ਤਾਂ ਇਹ ਜ਼ਿਆਦਾ ਹੋਣ ਦਾ ਨਸ਼ਾ ਇੱਕ ਕਾਰਨ ਹੈ, ਸਭ ਤੋਂ ਵੱਡਾ ਕਾਰਨ ਜਿਹੜਾ ਇਹ ਹੋਇਆ ਕਿ ਜਿਹੜਾ ਨਾਰਥ ਇੰਡੀਆ ਹੈ ਨਾ, ਇਹ ਦੋ ਰੀਜਨਸ ਨੇ ਦੁਨੀਆ ਦੇ ਵਿੱਚ ਜਿਹੜੇ ਕਿ ਸਭ ਤੋਂ ਜ਼ਿਆਦਾ ਫੀਮ ਔਰ ਨਸ਼ੇ ਪੈਦਾ ਕਰਦੇ ਨੇ। ਇੱਕ ਜਿਹਨੂੰ ਕਹਿੰਦੇ ਨੇ ਗੋਲਡਨ ਕ੍ਰੈਸੈਂਟ ਔਰ ਗੋਲਡਨ ਟ੍ਰਾਇੰਗਲ। ਗੋਲਡਨ ਕ੍ਰੈਸੈਂਟ ਜਿਹੜੀ ਆ ਉਹ ਮਸ਼ਰਕ ਮਗਰਬ ਵੱਲ ਵੈਸਟ ਵਿੱਚ ਲਹਿੰਦੇ ਵੱਲ, ਤੇ ਚੜ੍ਹਦੇ ਵੱਲ ਇਹ ਗੋਲਡਨ ਟ੍ਰਾਇੰਗਲ ਹੈ। ਇਹ ਦੋ ਰੀਜਨਸ ਨੇ ਜਿਹੜੇ ਕਿ 90% ਆਫ ਦੀ ਸਾਰੀ ਨਸ਼ੇ ਜਿਹੜੇ ਨੇ ਉਹ ਪੈਦਾ ਕਰਦੇ ਨੇ। ਤੇ ਸਾਡੀ ਜਿਹੜਾ ਇਹ ਰੀਜਨ ਹੈ ਨਾ, ਇਹ ਦੋਨਾਂ ਰੀਜਨ ਦੇ ਵਿੱਚ ਨਪੀੜਿਆ ਹੋਇਆ, ਉਹ ਲਾਗੇ ਹੈ। ਔਰ ਖਾਸ ਕਰਕੇ ਥੋੜੀ ਮਿਹਰਬਾਨੀ ਸਾਡੇ ਨੇਬਰਿੰਗ ਕੰਟਰੀ ਦੀ ਵੀ ਹੋ ਜਾਂਦੀ ਹੈ। ਉਹ ਵੀ ਚਾਹੁੰਦੇ ਨੇ ਕਿ ਅਸੀਂ ਪ੍ਰੋਗਰੈਸ ਨਾ ਕਰੀਏ, ਉਹ ਉੱਥੋਂ ਮਤਲਬ ਡਰੋਨ ਦੇ ਥਰੂ ਉੱਤੋਂ ਵੀ ਸੁੱਟ ਦਿੰਦੇ ਨੇ, ਬਾਰਡਰ ਤੋਂ ਵੀ ਹੀਰੋਇਨ। ਔਰ ਉਹ ਹੀਰੋਇਨ ਜਿਹੜੀ ਹੈ ਉਹ ਬਹੁਤ ਸਭ ਤੋਂ ਜ਼ਿਆਦਾ ਇੰਟੌਕਸੀਕੇਟਿੰਗ ਡਰੱਗ ਹੈ। ਔਰ ਉਹ ਜਿਹੜਾ ਵੀ ਬੰਦਾ ਇਨਵਾਲਵ ਹੁੰਦਾ ਹੈ, ਬਹੁਤ ਜ਼ਿਆਦਾ ਬੰਦੇ, ਪਬਲਿਕ, ਪੋਲੀਟੀਸ਼ੀਅਨ, ਪੁਲਿਸ ਇਨਵਾਲਵ ਇਸ ਕਰਕੇ ਹੁੰਦੀ ਹੈ ਕਿ ਬੜਾ ਇੱਕ ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਹੈ। ਹੀਰੋਇਨ ਅਫਗਾਨਿਸਤਾਨ ਤੋਂ 1 ਲੱਖ ਕਿਲੋ ਕੀਮਤ ਹੈ ਉਹਦੀ, ਤੇ ਜਦੋਂ ਇਹ ਮਾਰਕੀਟ ਵੈਲਿਊ ਜਾਂਦੀ ਹੈ ਉਹਦੀ 5 ਕਰੋੜ 1 ਕਿਲੋ ਹੈ। ਸੋ ਦੇਖੋ ਤੁਸੀਂ ਕਿੰਨਾ 500 ਗੁਣਾ ਉਹਦੀ ਕੀਮਤ ਵੱਧ ਗਈ। ਇੱਥੇ ਇੱਕ ਦੂਣੀ ਹੋ ਜਾਵੇ ਨਾ, 1 ਗੁਣਾ ਵੱਧ ਜਾਵੇ ਤੇ ਲੋਕੀ ਇੰਨਾ ਪੈਸਾ ਛਾਲਾ ਮਾਰਦੇ ਆ। ਬਿਲਕੁਲ, ਹਾਂ, ਤੇ ਇਹ 500 ਗੁਣਾ ਉਸ ਕੀਮਤ, ਜਿਹੜਾ ਵੀ ਬੰਦਾ ਵੜ ਜਾਂਦਾ ਹੈ ਉਹ ਉਹਦੇ 'ਚੋਂ ਨਿਕਲਦਾ ਨਹੀਂ ਹੈ। ਬਹੁਤ ਬੜਾ ਮੁਸ਼ਕਿਲ ਕੰਮ ਹੈ ਜੀ। ਇੱਕ ਤਾਂ ਇਹ ਅਸੀਂ ਦੇਖੋ ਜੀ 2 ਸੈਂਟਰਾਂ ਦੇ ਵਿੱਚ ਅਸੀਂ ਫੈਸਿਲਿਟੀਆਂ ਕਾਫੀ ਦਿੱਤੀਆਂ। ਸਾਡਾ ਸਭ ਤੋਂ ਜਿਹੜਾ ਯੂਨੀਕ ਮੈਥਡ ਹੈ ਨਾ ਟ੍ਰੀਟਮੈਂਟ ਦਾ, ਉਹਨੂੰ ਸੰਪੂਰਨ ਟ੍ਰੀਟਮੈਂਟ ਜਾਂ ਹੋਲਿਸਟਿਕ ਟ੍ਰੀਟਮੈਂਟ ਜਿਹਨੂੰ ਕਹੀਦਾ, ਜਿਹਦੇ ਵਿੱਚ ਕਿ ਟ੍ਰੈਡੀਸ਼ਨਲ ਟ੍ਰੀਟਮੈਂਟ ਜਿਹੜਾ ਰਵਾਇਤੀ ਟ੍ਰੀਟਮੈਂਟ ਹੈ ਉਹਦੇ ਨਾਲ ਅਸੀਂ ਸਪਿਰਿਚੁਅਲ ਕੰਪੋਨੈਂਟ ਨੂੰ ਸੁਮੇਲ ਕਰਦੇ ਹਾਂ। ਇਹ ਔਰ ਨਾਲ ਫੈਮਿਲੀ ਇਨਵਾਲਵਮੈਂਟ, ਗਰੁੱਪ ਥੈਰੇਪੀ, ਸਾਰਿਆਂ ਦਾ ਇਕੱਠਾ ਕਰਕੇ ਤੇ ਉਹ ਸਾਡੇ ਜਿਹੜੇ ਨਤੀਜੇ ਵੀ ਨੇ। ਅਸੀਂ ਇੱਕ ਹੁਣ ਰਿਸਰਚ ਪ੍ਰੋਜੈਕਟ ਵੀ ਕੀਤੀ ਹੈ ਚੀਮੇ, ਕੋਈ 500 ਔਰ ਪਬਲਿਸ਼ ਵਾਸਤੇ ਮੰਨ ਲਿਆ ਉਹ ਪਬਲਿਸ਼ ਹੋ ਰਹੀ ਆ ਹੁਣ ਇੱਕ ਇੰਟਰਨੈਸ਼ਨਲ ਮੈਗਜ਼ੀਨ ਦੇ ਵਿੱਚ। ਤੇ ਉਹ ਅੱਛਾ, ਮਤਲਬ ਅਸੀਂ ਅੱਜ ਤੱਕ ਤਕਰੀਬਨ 9000 ਫੈਮਲੀਆਂ ਨੂੰ ਅਸੀਂ ਫਾਇਦਾ ਪਹੁੰਚਾਇਆ, ਜਿਹੜੀ ਕਿ ਜਿਹਨਾਂ ਦੇ ਵਿੱਚ ਕੋਈ ਪਰਿਵਾਰ ਐਡਿਕਸ਼ਨ ਦਾ ਐਡਿਕਸ਼ਨ ਦਾ ਪੇਸ਼ੈਂਟ ਸੀ। ਤੇ OPD ਸਾਡਾ ਕਾਫੀ ਹੁੰਦਾ ਉੱਥੇ ਵੀ। ਅੱਜ ਕੋਲ ਤੁਸੀਂ ਸਾਰੀਆਂ ਅਗਰ ਤੁਸੀਂ ਲਓ ਨਾ ਡੇਲੀ ਸਾਰੀਆਂ ਜਿਨ੍ਹਾਂ ਚਿਰ ਦੇ 40-50 ਹਜ਼ਾਰ ਅਸੀਂ ਮਤਲਬ ਵਿਜ਼ਿਟਸ ਆਦੀਆਂ OPD ਦੀਆਂ। ਤੇ ਇਹ ਕੰਮ ਇੱਥੇ ਅਸੀਂ ਸਮਝਦੇ ਹਾਂ ਕਿ ਇੱਕ ਤਾਂ ਇਹ ਫਾਇਦਾ ਹੋਏਗਾ ਕਿ ਜੇ ਸਾਨੂੰ ਪਿੰਡਾਂ ਦੇ ਵਿੱਚ ਸਟਾਫ ਲੱਭਣਾ ਬੜਾ ਮੁਸ਼ਕਿਲ ਹੁੰਦਾ ਪੜ੍ਹਿਆ ਲਿਖਿਆ, ਇੱਥੇ ਬੜਾ ਆਸਾਨ ਹੋਏਗਾ। ਚੰਡੀਗੜ੍ਹ ਦੇ ਲਾਗੇ ਹੈ, ਸਾਰੇ ਪੜ੍ਹੇ ਲਿਖੇ ਹੋਣਗੇ ਔਰ ਅਪਰੋਚ ਵੀ ਬੜੀ ਅੱਛੀ ਹੋਏਗੀ। ਔਰ ਅਪਰੋਚ ਦਾ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਸਾਨੂੰ ਇੱਕ ਫਾਲੋਅਪ ਚਾਹੀਦਾ। ਪੇਸ਼ੈਂਟ ਇੱਕ ਠੀਕ ਕਰਦੇ ਨਾ ਠੀਕ ਨਹੀਂ, ਇੱਕ ਇਹ ਉੱਥੇ ਨਹੀਂ ਠੀਕ ਹੁੰਦਾ, ਉਹਦਾ ਰੈਗੂਲਰ ਫਾਲੋਅਪ ਹੋਵੇ ਫੈਮਿਲੀ ਦੇ ਨਾਲ, ਉਹ ਬੜਾ ਜ਼ਰੂਰੀ ਹੈ। ਉਹ ਰੈਗੂਲਰ ਫਾਲੋਅਪ ਫਾਰ ਐਗਜ਼ਾਮਪਲ ਬੜੂ ਸਾਹਿਬ 'ਚ ਬੜਾ ਮੁਸ਼ਕਿਲ ਆ। ਕੋਈ ਪੇਸ਼ੈਂਟ ਲੁਧਿਆਣੇ ਤੋਂ ਆਇਆ ਉੱਥੇ ਆਵੇ, ਜਾਂ ਜਿਹੜਾ ਕੁੱਲੂ ਤੋਂ ਆਇਆ ਉਹਦੇ ਵਾਸਤੇ ਆਉਣਾ ਜਾਣਾ ਬੜਾ ਮੁਸ਼ਕਿਲ ਹੈ। ਇੱਥੇ ਜਿਹੜੇ ਪੇਸ਼ੈਂਟ ਹੋਣਗੇ ਉਹਨਾਂ ਵਾਸਤੇ ਆਸਾਨ ਹੋਏਗਾ। ਔਰ ਅਸੀਂ ਨਾਰਥ ਇੰਡੀਆ ਦੇ ਪੇਸ਼ੈਂਟ ਨੂੰ ਅਸੀਂ ਮਤਲਬ ਉਹ ਇੱਥੇ ਆ ਸਕਦੇ ਨੇ ਬੜੀ ਸਾਡੇ ਤੋਂ ਉੱਥੇ ਜਿਵੇਂ ਚੀਮਾ ਸਾਹਿਬ ਵਿੱਚ ਵੀ ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਈਵਨ ਬੜੀ ਦੂਰੋਂ ਮਰੀਜ਼ ਆਉਂਦੇ ਨੇ। ਤੇ ਇੱਥੇ ਤਾਂ ਖੈਰ ਬੜੇ ਜ਼ਿਆਦਾ ਹੀ ਆਉਣਗੇ ਕਿਉਂਕਿ ਇਹ ਜਿਹੜਾ ਸੈਂਟਰ ਹੈ ਇੱਕ ਅਲਟਰਾ ਮਾਡਰਨ ਸੈਂਟਰ ਬਣ ਰਿਹਾ, ਜਿਹਦੇ ਵਿੱਚ ਜਿਹੜਾ ਨਕਸ਼ਾ ਵੀ ਪਾਸ ਕੀਤਾ ਹੈ, ਬਹੁਤ ਹੀ ਆਧੁਨਿਕ ਕਿਸਮ ਦਾ ਨਕਸ਼ਾ ਹੈ ਔਰ ਜਿੱਥੇ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਨੇ।
ਜਿਸ ਤਰ੍ਹਾਂ ਫॉर ਐਗਜ਼ਾਮਪਲ OPD ਦਾ ਵੱਖਰਾ ਟ੍ਰੀਟਮੈਂਟ, ਇਨਡੋਰ ਦਾ, ਫਿਰ ਸਪਿਰਚੁਅਲ ਕੰਪੋਨੈਂਟ ਦਾ ਉੱਥੇ ਅਸੀਂ ਜਿਹੜਾ ਰੱਖਣਾ ਬੰਦੇ, ਸਾਰੇ ਸਟਾਫ ਦੇ ਕੁਆਟਰਸ ਹੈਗੇ ਆ, ਫੈਮਿਲੀਜ਼ ਦੇ ਕੁਆਟਰ ਨੇ ਸਾਰੇ ਇੱਥੇ ਸਾਰੇ ਹੁਣ ਇੱਥੇ ਬਣ ਰਹੇ ਆ, ਬਨਕਸ਼ੇ ਦੇ ਵਿੱਚ ਤਾਂ ਤਿਆਰ ਹੋ ਗਿਆ ਨਕਸ਼ਾ, ਤੇ ਉਹ ਹੁਣ ਜਲਦੀ ਤੋਂ ਜਲਦੀ ਸ਼ੁਰੂ ਕਰਨਾ। ਇਹ ਤੇ ਬਹੁਤ ਯੋਗਦਾਨ ਹੈ ਮੁਕਤਾਜੀ ਦਾ, ਇਹਨਾਂ ਵੀਰਾਂ ਦਾ, ਜਿਨ੍ਹਾਂ ਨੇ ਕਿ ਇੱਥੇ ਮਤਲਬ ਕਿੰਨੀਆਂ ਪ੍ਰੋਜੈਕਟ ਸ਼ੁਰੂ ਕੀਤੀਆਂ ਹੋਈਆਂ, ਔਰ ਇਹਨਾਂ ਦਾ ਯੋਗਦਾਨ ਅਸੀਂ ਉਹਨਾਂ ਦਾ ਕਰ ਹੀ ਨਹੀਂ ਸਕਦੇ, ਮਤਲਬ ਅਸੀਂ ਬਿਆਨ ਨਹੀਂ ਕਰ ਸਕਦੇ ਜਿੰਨਾ ਇਹਨਾਂ ਦਾ ਯੋਗਦਾਨ ਹੈ ਇਹਨਾਂ ਸਾਰੇ ਪ੍ਰੋਜੈਕਟਸ ਦੇ ਵਿੱਚ ਹੀ। ਜਦੋਂ ਇਹ ਸੈਂਟਰ ਕੰਪਲੀਟ ਹੋ ਜਾਏਗਾ ਤੇ ਸਾਡਾ ਮਕਸਦ ਇਹ ਹੈ ਕਿ ਅਸੀਂ ਪੰਜਾਬ ਦੀ ਜਵਾਨੀ ਬਚਾਈਏ, ਤੇ ਇਹ ਗੁਰੂਆਂ ਦੀ ਧਰਤੀ ਨੂੰ ਅਸੀਂ ਫਿਰ ਉਸੇ ਤਰ੍ਹਾਂ ਹੀ ਅਸੀਂ ਮੁਕੱਦਸ ਬਣਾਈਏ, ਜਿਹੜੀ ਕਿ ਇਹਦਾ ਇਮੇਜ ਵੀ ਖਰਾਬ ਹੋ ਗਿਆ, ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਸ਼ੁਰੂ ਕਰਾਂਗੇ ਅਸੀਂ, ਜਿੰਨੀ ਜਲਦੀ ਹੋ ਸਕਿਆ। ਤੇ ਇਹ ਸਾਨੂੰ ਸਾਰਿਆਂ ਨੂੰ ਹੀ ਅਪੀਲ, ਖਾਸ ਕਰ ਜਿਹੜੇ ਸ਼ਰਧਾਲੂ ਬਾਬਾ ਜੀ ਦੇ ਨੇ, ਇਹ ਸਭ ਬਾਬਾ ਜੀ ਦੀ ਆਸ਼ੀਰਵਾਦ ਹੀ ਹੈ ਜਿਸ ਕਰਕੇ ਅਸੀਂ ਲੱਗੇ ਹੋਏ ਹਾਂ, ਔਰ ਸਾਰਿਆਂ ਦਾ ਬਹੁਤ ਯੋਗਦਾਨ ਹੈ ਸਟਾਫ ਦਾ। ਸਾਡੇ ਕੋਲ ਵਲੰਟੀਅਰਸ ਬੜੇ ਨੇ, ਇਹ ਸਾਰੇ ਵਲੰਟੀਅਰਸ ਹੀ ਨੇ, ਸਾਰੇ ਬੇਸਿਕਲੀ ਇਹ ਸਾਰੇ ਸਾਡੇ ਇੰਟਰਨੈਸ਼ਨਲ ਵਲੰਟੀਅਰ ਤੁਸੀਂ ਹਾਂ, ਅਸੀਂ ਇੱਥੇ ਲੋਕਲ ਵਲੰਟੀਅਰਸ ਤੇ ਵਲੰਟੀਅਰਿਜ਼ਮ ਤੇ ਬੜੀ ਉੱਚੀ ਅਵਸਥਾ ਹੈ ਨਾ। ਹਾਂ ਤੇ ਇਹ ਸਾਨੂੰ ਪੂਰੀ ਉਮੀਦ ਹੈ ਕਿ ਇਹ ਜਦੋਂ ਸੈਂਟਰ ਬਣ ਜਾਵੇਗਾ, ਇਹ ਪੰਜਾਬ ਵਿੱਚ ਇੱਕ ਆਪਣਾ ਆਪ ਹੀ ਇੱਕ ਮਿਸਾਲ ਹੋਏਗਾ, ਔਰ ਇਹ ਬਹੁਤ ਜ਼ਿਆਦਾ ਜਵਾਨੀ ਨੂੰ ਅਸੀਂ ਬਚਾ ਸਕਾਂਗੇ। ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਨਿਰਾ ਡੀ ਐਡਿਕਸ਼ਨ ਸੈਂਟਰ ਖੋਲ੍ਹਣ ਨਾਲ ਹੀ ਇਹ ਮਸਲਾ ਨਹੀਂ ਹੱਲ ਹੋਣਾ। ਇਹਦੇ ਵਿੱਚ ਡੀ ਐਡਿਕਸ਼ਨ ਸੈਂਟਰਾਂ ਦੇ ਨਾਲ ਤੇ ਅਸੀਂ ਸਿਰਫ ਜਿਹੜੇ ਐਡਿਕਟਡ ਪੇਸ਼ੈਂਟਸ ਨੇ ਨਾ, ਉਹਨਾਂ ਦੀ ਗਿਣਤੀ ਘੱਟ ਕਰਦੇ ਹਾਂ, ਲੇਕਿਨ ਅਸੀਂ ਜਿਹੜੀ ਡਿਮਾਂਡ ਹੈ ਨਾ, ਡਿਮਾਂਡ ਐਸੀ ਪਬਲਿਕ ਬਣਾਈਏ, ਐਸੀ ਸੰਗਤ ਬਣਾਈਏ ਜਿਹੜੀ ਕਿ ਨਸ਼ਾ ਡਿਮਾਂਡ ਹੀ ਨਾ ਕਰੇ। ਉਹ ਸਭ ਤੋਂ ਵੱਡੀ ਗੱਲ ਹੈ, ਉਹ ਇੱਕ ਪ੍ਰੀਵੈਂਟਿਵ ਸਟੈਪ ਹੈ, ਔਰ ਜਿੰਨਾ ਚਿਰ ਤੱਕ ਅਸੀਂ ਉੱਥੇ ਐਂਫੈਸਿਸ ਨਹੀਂ ਦਿੰਦੇ, ਔਰ ਇਹ ਮੈਂ ਤੁਹਾਨੂੰ ਬਹੁਤ ਸਾਡੀ ਖੁਸ਼ਕਿਸਮਤੀ ਹੈ, ਮਾਣ ਵਾਲੀ ਗੱਲ ਹੈ ਕਲਗੀਧਰ ਟਰੱਸਟ ਦੀ, ਕਿ ਇੱਥੇ ਦੇ ਬੱਚੇ ਜਿਹੜੇ ਅਕੈਡਮੀਆਂ ਦੇ ਵਿੱਚ 60,000 70,000 ਬੱਚੇ ਪੜ੍ਹ ਰਹੇ ਨੇ, ਇਹ ਇੱਕ ਮਾਡਲ ਬੱਚੇ ਨੇ ਜਿਹੜੇ ਕਿ ਨਸ਼ਿਆਂ ਤੋਂ ਬਿਲਕੁਲ ਦੂਰ ਰਹਿੰਦੇ ਨੇ। ਉਹ ਇਸ ਕਰਕੇ ਕਿ ਇੱਥੇ ਅਧਿਆਤਮਕ ਪੱਖ ਦਾ ਬਹੁਤ ਜ਼ੋਰ ਹੈ, ਔਰ ਅਧਿਆਤਮਕ ਪੱਖ ਜਾਂ ਵੈਲਿਊ ਬੇਸਡ ਐਜੂਕੇਸ਼ਨ ਜਿਹੜੀ ਅਸੀਂ ਦਿੰਦੇ ਹਾਂ ਨਾ, ਇਹਦਾ ਬਹੁਤ ਵੱਡਾ ਅਸਰ ਪੈਂਦਾ ਜੀ। ਇਹਦੇ ਵਿੱਚ ਮਤਲਬ ਐਸੇ ਸਟੂਡੈਂਟਸ ਨਿਕਲਦੇ ਨੇ ਜਿਹੜੇ ਕਿ ਦੂਸਰਿਆਂ ਨੂੰ ਵੀ ਮਤਲਬ ਰਸੂਖ ਕਰਦੇ ਨੇ, ਔਰ ਦੂਸਰਿਆਂ ਨੂੰ ਵੀ ਇੱਕ ਉਹਨਾਂ ਵਾਸਤੇ ਮਿਸਾਲ ਬਣਦੇ ਨੇ ਕਿ ਕਿਸ ਤਰ੍ਹਾਂ ਦੇ ਬੱਚੇ ਹੋਣੇ ਚਾਹੀਦੇ ਨੇ। ਤੁਸੀਂ ਆਮ ਸਕੂਲਾਂ ਦੇ ਵਿੱਚ ਜਾਓ, ਇੰਨੇ ਬੱਚੇ ਨੇ ਉੱਥੇ। ਜਦੋਂ ਅਸੀਂ ਇਹਦੇ ਨਾਲ ਇੱਕ ਹੋਰ ਵੱਡੀ ਗੱਲ ਹੈ, ਅਸੀਂ ਨਾ ਇੱਕ ਅਵੇਅਰਨੈਸ ਪ੍ਰੋਗਰਾਮ ਵੀ ਕਰਦੇ ਹਾਂ ਇੱਥੇ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸਦੇ ਹਾਂ ਕਿ ਇਹ ਨਸ਼ਿਆਂ ਦਾ ਕੀ ਨੁਕਸਾਨ ਹੈ। ਉਹ ਅਵੇਅਰਨੈਸ ਜਿਹੜੀ ਹੈ ਨਾ, ਅਵੇਅਰਨੈਸ ਐਂਡ ਐਜੂਕੇਸ਼ਨ ਬੱਚਿਆਂ ਨੂੰ ਦੇਣਾ, ਉਹ ਇੱਕ ਬੜਾ ਵੱਡਾ ਰੋਲ ਹੈ। ਇਹਦੇ ਵਿੱਚ ਰੋਲ ਪੇਰੈਂਟਸ ਦਾ, ਐਜੂਕੇਟਰਸ ਦਾ, ਬਾਕੀ ਹੋਰ NGO ਦਾ ਵੀ ਬੜਾ ਰੋਲ ਹੈ, ਔਰ ਇਹ ਬੜਾ ਵੱਡਾ ਸਟੈਪ ਹੈ ਕਿ ਸਾਡੇ ਜਿਹੜੇ ਬੱਚੇ ਜਾਂ ਜਿਹੜੀ ਸੰਗਤ, ਜਿਹੜੀ ਪਾਪੂਲੇਸ਼ਨ ਹੋਵੇ, ਉਹ ਨਸ਼ਿਆਂ ਵੱਲ ਜਾਏ ਨਾ। ਅਨਫੋਰਚੂਨੇਟਲੀ ਇਹ ਬੜਾ ਵੱਡਾ ਮਸਲਾ ਹੈ, ਇਹ ਕਰਨਾ ਇਹਨੂੰ। ਔਰ ਦੂਸਰਾ ਜਿਹੜਾ ਸਭ ਤੋਂ ਮੁਸ਼ਕਲ ਮਸਲਾ ਹੈ ਉਹ ਹੈ ਕਿ ਇਹਦੀ ਅਵੇਲੇਬਿਲਿਟੀ ਆਫ ਦੀ ਡਰੱਗਸ ਉਹ ਘਟੇ, ਚੇਨ ਸਿਸਟਮ ਤੋੜਿਆ ਜਾਵੇ। ਅਵੇਲੇਬਿਲਿਟੀ ਪੁਲਿਸ, ਪਬਲਿਕ ਐਂਡ ਪੋਲੀਟੀਸ਼ੀਅਨ ਜਿਹੜੇ ਇਨਵੋਲਵ ਨੇ, ਇਹਨਾਂ ਨੂੰ ਇਹ ਇੱਕ ਮਸਲਾ, ਪੋਲੀਟੀਕਲ ਮਸਲਾ ਹੈ, ਔਰ ਇਹ ਗਵਰਨਮੈਂਟ ਦਾ ਜ਼ਿਆਦਾ ਮਸਲਾ ਹੈ। ਇਹਦੇ ਵਿੱਚ ਅਸੀਂ ਬਹੁਤਾ ਯੋਗਦਾਨ ਨਹੀਂ ਪਾ ਸਕਦੇ, ਕਿਉਂਕਿ ਇਹ ਬਹੁਤ ਹੀ ਫੈਲਾ ਪਰਵੇਡਿੰਗ ਮਸਲਾ ਹੈ, ਪਰਵੈਸਿਵ ਮਸਲਾ ਹੈ। ਇਹਨੂੰ ਜਿਹੜਾ ਹੱਲ ਕਰਨਾ ਜੇ ਹੋ ਸਕੇ ਤਾਂ ਬਹੁਤ ਵੱਡੀ ਅਚੀਵਮੈਂਟ ਹੋਏਗੀ। ਸੋ 3 ਤਰੀਕੇ ਨੇ, ਇੱਕ ਤਾਂ ਡੀ ਐਡਿਕਸ਼ਨ ਸੈਂਟਰ ਜਿਹੜੇ ਕਿ ਐਡਿਕਸ਼ਨ ਦੇ ਪੇਸ਼ੈਂਟ ਜਿਹੜੇ ਉਹਨਾਂ ਨੂੰ ਘੱਟ ਕਰੇ, ਅਵੇਲੇਬਿਲਿਟੀ ਘੱਟ ਕਰੀਏ, ਔਰ ਡਿਮਾਂਡ ਘੱਟ ਕਰੀਏ। ਇਹ 3 ਤਰੀਕੇ ਹੈਗੇ ਆ ਜਿਨ੍ਹਾਂ ਨਾਲ ਅਸੀਂ ਇਹਦਾ ਜਿਹੜਾ ਗਲੋਬਲ ਮਸਲਾ ਬਣ ਗਿਆ, ਔਰ ਖਾਸ ਕਰ ਪੰਜਾਬ ਦੇ ਵਿੱਚ, ਨਾਰਥ ਇੰਡੀਆ ਦੇ ਵਿੱਚ ਕੁਝ ਜ਼ਿਆਦਾ ਹੈ। ਜਿੰਨੀਆਂ ਫਿਗਰਸ ਨੇ ਉਹ ਨਾਰਥ ਇੰਡੀਆ ਕੰਪੈਰੇਟਿਵਲੀ ਜ਼ਿਆਦਾ ਨੇ, ਇਹ ਤੁਹਾਡੀ ਗੱਲ ਠੀਕ ਹੈ। ਔਰ ਮੈਂ ਸਮਝਦਾ ਕਿ ਇਹ ਕੋਈ ਇਹਨਾਂ ਦਾ ਪੰਜਾਬੀਆਂ ਦਾ ਮਸਲਾ ਨਹੀਂ, ਉਹ ਅਵੇਲੇਬਿਲਿਟੀ ਵੀ, ਕਿਉਂਕਿ ਲਾਗੇ ਹੈ ਨਾ ਉਹ ਜਿੱਥੋਂ ਮਿਲਦੀਆਂ,
ਔਰ ਇਸ ਕਰਕੇ ਇਹ ਬੜਾ ਬਹੁਤ ਹੀ ਇੱਕ ਅਹਿਮ ਮਸਲਾ ਹੈ ਜਿਹੜਾ ਕਿ ਸਾਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਹੈ। ਔਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਪੂਰਾ ਮਤਲਬ ਆਪਣਾ ਯੋਗਦਾਨ ਪਾਉਣ ਤਾਂ ਕਿ ਅਸੀਂ ਇਹ ਸੈਂਟਰ ਬਣ ਕੇ ਤੇ ਮਤਲਬ ਅਸੀਂ ਇਸ ਪੰਜਾਬ ਦੀ ਜਵਾਨੀ ਬਚਾਈਏ। ਇਹ ਬੱਚੇ ਇੰਨੇ ਬਰਬਾਦ ਹੋ ਰਹੇ ਨੇ, ਇੱਕ ਇੱਕ ਪਰਿਵਾਰ ਦੀ ਗੱਲ ਸੁਣੀ ਹੈ ਨਾ ਅਸੀਂ ਤੇ ਵਾਕਿਆ ਜਿਸ ਤਰ੍ਹਾਂ ਤੁਸੀਂ ਕਿਹਾ ਰੌਂਗਟੇ ਖੜੇ ਹੋ ਜਾਂਦੇ ਨੇ। ਇਟਸ ਵੈਰੀ ਵੈਰੀ ਪੇਨਫੁਲ, ਬਹੁਤ ਹੀ ਪੇਨਫੁਲ ਹੈ। ਔਰ ਉਹ ਉਮਰ ਜਿਸ ਦੇ ਵਿੱਚ ਕਿ ਤੁਸੀਂ ਮਤਲਬ ਕੈਰੀਅਰ ਬਣਾਉਣਾ, ਆਪਣਾ ਆਪਣੇ ਮਾਰਲਸ ਬਣਾਉਣੇ ਨੇ, ਆਪਣੀ ਐਜੂਕੇਸ਼ਨ ਲੈਣੀ ਹੈ ਤੇ ਉਹ ਉਸ ਏਜ ਦੇ ਵਿੱਚ ਬੰਦੇ ਫਸਦੇ ਨੇ। ਔਰ ਫਿਰ ਇਹ ਅਨਫੋਰਚੂਨੇਟਲੀ ਇਹ ਵੀ ਗੱਲ ਹੈ ਕਿ ਜਿਹੜਾ ਇਹ ਮਸਲਾ ਹੈ ਨਾ, ਐਡਿਕਸ਼ਨ ਦਾ ਮਸਲਾ ਇੱਕ ਕ੍ਰਾਨਿਕ ਹੈ ਔਰ ਰਿਪੀਟਡਲੀ ਰਿਲੈਪਸਿੰਗ ਹੈ। ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਅੱਧੇ ਬੱਚੇ ਦੁਨੀਆ ਦੀ ਫਿਗਰ ਹੈ ਕਿ 50% ਰਿਲੈਪਸ ਕਰ ਜਾਂਦੇ ਨੇ। ਤੇ ਉਹ ਫਿਰ ਜਿੰਨੇ ਅਸੀਂ ਕਰੀਏ ਡੀ ਐਡਿਕਸ਼ਨ ਕਰੀਏ ਵੀ, ਉਹਨਾਂ 'ਚੋਂ ਅੱਧੇ ਬੰਦਿਆਂ ਨੇ ਮਤਲਬ ਫਿਰ ਤਾਂ ਲੱਗ ਜਾਣਾ, ਵਾਪਸ ਲੱਗ ਜਾਣਾ। ਤਾਂ ਉਹਨਾਂ ਨੂੰ ਫਿਰ ਦਾਖਲ ਕਰੀਦਾ, ਫਿਰ ਕਰੀਦਾ। ਅਲਟੀਮੇਟਲੀ ਜੇ ਠੀਕ ਹੁੰਦੇ ਨੇ ਤੇ ਸਾਡੇ ਪੇਸ਼ੈਂਟ ਜਿਹੜੇ ਗਏ ਨੇ ਉਹ ਇੰਨੇ ਠੀਕ ਹੋਏ। ਖਾਸ ਚੀਮੇ ਦੇ ਵਿੱਚ, ਚੀਮੇ ਦਾ ਬਹੁਤ ਪੁਰਾਣਾ ਸੈਂਟਰ ਹੈ ਨਾ, ਉੱਥੇ ਮਰੀਜ਼ ਸਾਡੇ ਕੋਲ ਦੂਸਰੇ ਮਰੀਜ਼ਾਂ ਨੂੰ ਲੈ ਕੇ ਆਉਂਦੇ ਨੇ। ਔਰ ਉਹਨਾਂ ਮਰੀਜ਼ਾਂ ਨੂੰ ਜਿਹੜੇ ਕਿ ਆਪਣੇ ਮਾਂ ਪਿਓ ਦੇ ਆਖੇ ਨਹੀਂ ਲੱਗਦੇ, ਉਹ ਕਹਿੰਦੇ ਨੇ ਕਿ ਇਹ ਬੱਚਾ ਠੀਕ ਹੋਇਆ ਤੇ ਮੈਂ ਵੀ ਜਾ ਕੇ ਉੱਥੇ ਠੀਕ ਹੋਵਾਂਗਾ। ਔਰ ਦੂਸਰਾ ਸਭ ਤੋਂ ਵੱਡੀ, ਪੇਰੈਂਟਸ ਜਿਹੜੇ ਚਾਹੁੰਦੇ ਨੇ ਕਿ ਇਹ ਇੱਥੇ ਜਿਹੜਾ ਅਸੀਂ ਸਪਿਰਚੁਅਲ ਕੰਪੋਨੈਂਟ ਬਲੈਂਡ ਕੀਤਾ ਹੈ ਨਾ ਟ੍ਰੈਡੀਸ਼ਨਲ ਟ੍ਰੀਟਮੈਂਟ ਨਾਲ, ਇਹਦੇ ਨਾਲ ਵੀ ਬਹੁਤ ਅੱਛਾ ਪ੍ਰਭਾਵ ਪੈਂਦਾ ਇਹਦਾ, ਤੇ ਇਹਦੇ ਨਾਲ ਰਿਜ਼ਲਟ ਵੀ ਅੱਛੇ ਆਉਂਦੇ ਆ, ਇਹ 'ਚ ਕੋਈ ਸ਼ੱਕ ਨਹੀਂ। ਸੱਚ ਕਹਿੰਦੇ ਆ ਨਾ ਕਿ ਦੀਵਿਆਂ ਨਾਲ ਦੀਵੇ ਜਗਦੇ ਆ। ਜਿਹੜਾ ਇੱਕ ਕੋਈ ਠੀਕ ਹੋ ਕੇ ਗਿਆ, ਹਾਂ, ਉਸੇ ਦੀ ਗੱਲ ਉਹ ਮੰਨ ਸਕਦਾ ਹੈ ਜਿਹੜਾ ਬੰਦਾ ਉਸ ਵਕਤ ਐਡਿਕਟ ਹੈ। ਉਹਨੂੰ ਪਤਾ ਹੈ ਕਿ ਇਹ ਕਦੇ ਮੇਰੇ ਵਾਲੀ ਫਾਰਮ ਦੇ ਵਿੱਚ ਨਿਕਲ ਰਿਹਾ ਸੀਗਾ, ਅੱਜ ਮੈਂ ਉਸ ਫਾਰਮ ਦੇ ਵਿੱਚ ਹਾਂ। ਜੇ ਅੱਜ ਉਹ ਰਿਲੈਕਸ ਹੋਇਆ, ਜੋ ਠੀਕ ਹੋਇਆ, ਤਾਂ ਸ਼ਾਇਦ ਉਸ ਦੇ ਦੀਵੇ ਨਾਲ ਮੇਰਾ ਦੀਵਾ ਵੀ ਜਗ ਜਾਏ ਤੇ ਮੇਰਾ ਹਨੇਰਾ ਦੂਰ ਹੋ ਜਾਏ। ਉਹਦੇ ਆਖੇ ਲਾ ਕੇ ਆਉਂਦੇ, ਦਿਸ ਨੋਨ ਐਜ਼ ਪੀਅਰ ਗਰੁੱਪ ਜਿਹੜਾ ਉਹਨਾਂ ਦਾ, ਉਹਦੇ ਆਖੇ ਲੱਗਦੇ ਨੇ। ਮਾਂ ਪਿਓ ਆਪਣੇ ਦੋਸਤਾਂ ਦੇ ਪਰਿਵਾਰਾਂ ਦੇ ਆਖੇ ਨਹੀਂ ਲੱਗਦੇ, ਉਹਦੇ ਆਖੇ ਆ ਕੇ ਆਉਂਦੇ ਨੇ। ਸਾਨੂੰ ਇਹ ਬੜਾ ਫਾਇਦਾ, ਸਾਡੇ ਕੋਲ ਕਈ ਪੇਸ਼ੈਂਟ ਇੱਦਾਂ ਦੇ ਹੈਗੇ ਠੀਕ ਹੋ ਕੇ ਗਏ ਨੇ, ਬਿਲਕੁਲ ਠੀਕ ਹੋ ਕੇ ਗਏ ਨੇ, ਔਰ ਉਹ ਮਰੀਜ਼ ਲੈ ਕੇ ਆਉਂਦੇ ਨੇ। ਬਹੁਤ ਸ਼ੁਕਰੀਆ ਡਾਕਟਰ ਸਾਹਿਬ ਗੱਲ ਕਰਨ ਲਈ। ਔਰ ਮੈਂ ਸਾਡੀ ਦਿਲੋਂ ਅਰਦਾਸ ਹੈ ਕਿਉਂਕਿ ਪਹਿਲੇ ਪਾਤਸ਼ਾਹੀ ਦੇ ਚਰਨ ਛੋਹ ਪ੍ਰਾਪਤ ਧਰਤੀ ਦੇ ਉੱਤੇ ਖੜੇ ਹਾਂ, ਔਰ ਜੇ ਉਸ ਦੇ ਸਾਹਮਣੇ ਸਾਡਾ ਇਹ ਮੁਕਾਮ ਬਣੇਗਾ ਤਾਂ ਇਹ ਮੁਕਾਮ ਸੱਚਮੁੱਚ ਸਫਲ ਹੋਏਗਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਜੱਗ ਤਾਰਿਆ, ਤੇ ਜਿੱਥੇ ਉਹਨੇ ਜੱਗ ਤਾਰਿਆ ਤੇ ਸਾਡੇ ਵਰਗੇ ਭੁੱਲੇ ਭਟਕਿਆਂ ਨੂੰ ਵੀ ਤਾਰਨਗੇ ਗੁਰੂ ਨਾਨਕ ਪਾਤਸ਼ਾਹ। ਔਰ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਸੰਗਤ ਅੱਗੇ ਕਿ ਮੈਨੂੰ ਤੁਹਾਡੇ ਦੁੱਖ ਦਾ ਪਤਾ ਹੈ, ਤੁਹਾਡੇ ਦਰਦ ਦਾ ਪਤਾ ਹੈ। ਜੇ ਤੁਹਾਡੇ ਦੁੱਖ ਦਰਦ ਦਾ ਪਤਾ ਤਾਂ ਹੀ ਭਾਈ ਸਾਹਿਬ USA ਤੋਂ ਚੱਲ ਕੇ ਆਏ ਨੇ, ਤੇ ਤੁਸੀਂ ਜਿਹੜੇ ਸਾਡੀ ਇਹ ਰਿਪੋਰਟ ਵੇਖੋਗੇ, ਸਾਨੂੰ ਤੁਹਾਡੇ ਅਹਿਸਾਸਾਂ ਦਾ ਪਤਾ ਹੈ ਕਿ ਤੁਸੀਂ ਪੰਜਾਬ ਵਾਸਤੇ ਕਿਵੇਂ ਝੂਰਦੇ ਹੋ। ਇਹ ਦਰਦ ਵੀ ਤੁਹਾਡੇ ਅੰਦਰ ਹੈ, ਇਹ ਵੀ ਤੁਸੀਂ ਜ਼ਿਕਰ ਕਰਦੇ ਹੁੰਦੇ ਹੋ ਕਿ ਪੰਜਾਬ ਦੇ ਵਿੱਚ ਜੇ ਨਸ਼ਿਆਂ ਦਾ ਦਰਿਆ ਵਗ ਰਿਹਾ ਤਾਂ ਉਸ ਨੂੰ ਠੱਲ ਪਾਉਣ ਦੇ ਲਈ ਕਲਗੀਧਰ ਟਰੱਸਟ ਜਿਹੜੇ ਉਪਰਾਲੇ ਕਰ ਰਿਹਾ। ਹੁਣ ਇਹਨਾਂ ਉਪਰਾਲਿਆਂ ਨੂੰ ਪੂਰ ਤੁਸੀਂ ਹੀ ਚਾੜਨਾ, ਕਿਉਂਕਿ ਜਿਹੜੀਆਂ ਫੀਸਾਂ ਬੱਚਿਆਂ ਤੋਂ ਲਈਆਂ ਜਾਂਦੀਆਂ ਨੇ ਉਹ ਫੀਸਾਂ ਨਾਲ ਤਾਂ ਇੱਕ ਅਕੈਡਮੀ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ। ਇਹ ਖਰਚੇ ਪੂਰੇ ਕਰਨ ਦੇ ਵਿੱਚ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਬਖਸ਼ਿਸ਼ ਅਤੇ ਤੁਹਾਡੇ ਦੁਆਰਾ ਦਿੱਤਾ ਗਿਆ ਦਸਵੰਧ ਹੀ ਕੰਮ ਆਉਂਦਾ। ਤਾਂ ਜਿਹੜਾ ਇੱਕ ਮਾਡਲ ਹਸਪੀਟਲ ਬਣੇਗਾ, ਡੀ ਐਡਿਕਸ਼ਨ ਸੈਂਟਰ ਬਣੇਗਾ, ਆਓ ਸਾਰੇ ਰਲ ਮਿਲ ਕੇ ਹੰਬਲਾ ਮਾਰੀਏ, ਯੋਗਦਾਨ ਦਈਏ। ਜਦੋਂ ਵੀ ਕਦੇ ਪੰਜਾਬ ਆਇਓ ਤਾਂ ਸਾਡੇ ਉਲੀਕੇ ਹੋਏ ਇਹਨਾਂ ਪ੍ਰੋਗਰਾਮਾਂ ਦੇ ਉੱਤੇ ਨਜ਼ਰਸਾਨੀ ਜ਼ਰੂਰ ਕਰਕੇ ਜਾਇਓ। ਇਹ ਗੱਲ ਮੈਂ ਵਾਰ-ਵਾਰ ਤਾਂ ਕਹਿਣਾ ਕਿਉਂਕਿ ਹਵਾਈ ਗੱਲਾਂ ਨਹੀਂ ਹੈ। ਤੁਸੀਂ ਆਓ, ਆਪਣੀ ਫੇਰੀ ਦੇ ਵਿੱਚੋਂ, ਆਪਣੀ ਵਿਜ਼ਿਟ ਦੇ ਵਿੱਚੋਂ ਕੁਝ ਦਿਨ ਕੱਢੋ, ਪ੍ਰੈਕਟੀਕਲੀ ਸਾਡੇ ਚੱਲ ਰਹੇ ਪ੍ਰੋਜੈਕਟਸ ਨੂੰ ਦੇਖ ਕੇ ਜਾਓ ਤਾਂ ਕਿ ਤੁਹਾਡੇ ਮਨ ਨੂੰ ਤਸੱਲੀ ਹੋਵੇ, ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਦਸਵੰਧ ਸਹੀ ਜਗ੍ਹਾ ਦੇ ਉੱਤੇ ਲੱਗ ਰਿਹਾ ਹੈ। ਔਰ ਕਲਗੀਧਰ ਟਰੱਸਟ ਬੜੂ ਸਾਹਿਬ ਆਪਣੇ ਵੱਲੋਂ ਇਹ ਕੋਸ਼ਿਸ਼ ਕਰ ਰਿਹਾ ਕਿ ਜਿੰਨੀ ਕੌਮ ਦੀ, ਪੰਥ ਦੀ ਸੇਵਾ ਹੋ ਸਕੇ ਉਹ ਅਸੀਂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।